ਹੈਲੋ एवरीवन। सो अगर ਤੁਹਾਡਾ ਵੀ एग्जाम 8th ऑफ जनवरी ਨੂੰ ਵੀਡੀਓ ਦਾ ਹੈ ਜਾਂ ਫਿਰ 15th ऑफ जनवरी ਨੂੰ ਕਲਰਕ ਦਾ ਹੈ ਜਾਂ ਫਿਰ 22 ऑफ जनवरी ਨੂੰ ਐਕਸਾਈਜ਼ ਇੰਸਪੈਕਟਰ ਦਾ ਹੈ ਤਾਂ ਇਹ ਵੀਡੀਓ ਤੁਹਾਡੇ ਲਈ ਹੈ। ਤੇ ਅੱਜ ਦਾ ਸੈਸ਼ਨ ਬਹੁਤ ਇੰਪੋਰਟੈਂਟ ਹੈ ਬਿਕੋਜ਼ ਅੱਜ ਆਪਾਂ ਸਟ੍ਰੈਟੇਜੀ ਡਿਸਕਸ ਕਰਨ ਜਾ ਰਹੇ ਹਾਂ ਇਹ ਸਾਰੇ ਐਗਜ਼ਾਮਸ ਦੇ ਲਈ। दिस इज साक्षी अग्रवाल। आई वेलकम यू ऑल ऑन मेहनती बच्चे। सो रीसेंटली अगर आप गल करिए 4th ऑफ दिसंबर ਨੂੰ ਕਲਰਕ ਡੀਈਓ ਦਾ ਐਗਜ਼ਾਮ ਹੋਣਾ ਸੀ ਬਟ ਉਹ ਪੋਸਟਪੋਨ ਹੋ ਗਿਆ ਸੀ ਤੇ ਉਹ ਤੋਂ ਬਾਅਦ ਸਟੂਡੈਂਟਸ ਨੂੰ ਲੱਗਣ ਲੱਗ ਗਿਆ ਕਿ ਹੁਣ ਜਿਹੜੇ ਆਉਣ ਵਾਲੇ ਐਗਜ਼ਾਮਸ ਆ ਉਹ ਵੀ ਪੋਸਟਪੋਨ ਹੋਣਗੇ। ਹਜੇ ਐਸੀ ਕੋਈ ਵੀ ਅਪਡੇਟ ਨਹੀਂ ਆਈ। ਸੋ ਰਿਊਮਰਸ ਤੋਂ ਬਚੋ, ਆਪਣੀ ਪ੍ਰੈਪਰੇਸ਼ਨ ਕਰਦੇ ਰਹੋ। ਇਹ ਵੀਡੀਓ ਨੂੰ ਅਪਲੋਡ ਕਰਨ ਦਾ ਮੇਨ ਰੀਜ਼ਨ ਇਹੀ ਹੈ ਕਿ ਤੁਹਾਡੇ ਐਗਜ਼ਾਮ ਦੇ ਲਈ ਜਿਹੜੇ ਵੀ ਐਗਜ਼ਾਮਸ ਹੈ ਵੀਡੀਓ ਦਾ, ਐਕਸਾਈਜ਼ ਦਾ ਤੇ ਕਲਰਕ ਦਾ, ਇਹਦੇ ਲਈ ਮੈਂ ਤੁਹਾਡੀ ਹੈਲਪ ਕਰ ਸਕਾਂ ਤੇ ਤੁਹਾਨੂੰ ਦੱਸ ਸਕਾਂ ਕਿ ਕਿਸ ਤਰੀਕੇ ਨਾਲ ਹਜੇ ਵੀ ਤੁਸੀਂ ਇਹ ਐਗਜ਼ਾਮਸ ਦੀ ਪ੍ਰੈਪਰੇਸ਼ਨ ਕਰ ਸਕਦੇ ਹੋ ਤੇ ਐਗਜ਼ਾਮ ਨੂੰ ਕ੍ਰੈਕ ਕਰ ਸਕਦੇ ਹੋ। ਸੋ ਰੀਸੈਂਟਲੀ ਫੋਰੈਸਟ ਗਾਰਡ ਦਾ ਐਗਜ਼ਾਮ ਹੋਇਆ ਸੀ, ਉਹਦੇ ਵਿੱਚ ਵੀ ਮੈਂ ਸਟ੍ਰੈਟੇਜੀ ਦੀ ਵੀਡੀਓ ਅਪਲੋਡ ਕੀਤੀ ਸੀ ਤੇ ਟੈਸਟ ਸੀਰੀਜ਼ ਲਾਂਚ ਕੀਤੀ ਸੀ ਤੇ ਸਟੂਡੈਂਟਸ ਨੂੰ ਬਹੁਤ ਫਾਇਦਾ ਹੋਇਆ ਸੀਗਾ। ਟੈਸਟ ਸੀਰੀਜ਼ ਚੋਂ ਤਾਂ ਐਜ਼ ਇਟ ਇਜ਼ 20 ਕੁਐਸਚਨਸ ਵੀ ਆ ਗਏ ਸੀਗੇ। ਓਕੇ, ਤੇ ਟੈਸਟ ਤੇ ਉਸ ਤੋਂ ਇਲਾਵਾ ਜਿਹੜੀ ਸਟ੍ਰੈਟੇਜੀ ਹੈ ਉਹ ਤੋਂ ਬਾਹਰ ਨਹੀਂ ਕੁਝ ਆਇਆ ਸੀ, ਸਾਰਾ ਉਹ ਸਟ੍ਰੈਟੇਜੀ ਦੇ ਅੰਦਰ ਹੀ ਇਨਕਲੂਡ ਸੀਗਾ ਜੋ ਵੀ ਐਗਜ਼ਾਮ ਦੇ ਵਿੱਚ ਪੁੱਛਿਆ ਗਿਆ। ਇਹ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਹਾਨੂੰ ਸਾਰਾ ਸਮਝ ਆ ਜਾਊਗਾ ਕਿ ਕਿਸ ਤਰੀਕੇ ਨਾਲ ਤੁਸੀਂ ਆਪਣੇ ਇਹ ਵਾਲੇ ਐਗਜ਼ਾਮਸ ਦੀ ਤਿਆਰੀ ਕਰੋ ਤੇ ਆਪਣੇ ਚਾਂਸਸ ਇਨਕਰੀਜ਼ ਕਰੋ ਐਗਜ਼ਾਮ ਨੂੰ ਕ੍ਰੈਕ ਕਰਨ ਦੇ। ਸੋ ਵਿਦਆਊਟ ਵੇਸਟਿੰਗ ਐਨੀ ਟਾਈਮ ਸਟਾਰਟ ਕਰਦੇ ਹਾਂ। ਸਭ ਤੋਂ ਪਹਿਲਾਂ ਜਿਹੜੇ ਵੀ ਸਟੂਡੈਂਟਸ ਚੈਨਲ ਉੱਪਰ ਨਿਊ ਹੈ, ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜ਼ਰੂਰ ਕਰੋ। ਵੀਡੀਓਜ਼ ਅੱਛੀਆਂ ਲੱਗਦੀਆਂ ਲਾਈਕ ਕਰੋ ਤੇ ਜ਼ਿਆਦਾ ਤੋਂ ਜ਼ਿਆਦਾ ਸਟੂਡੈਂਟਸ ਤੱਕ ਇਹਨੂੰ ਸ਼ੇਅਰ ਕਰੋ ਤਾਂ ਕਿ ਸਾਰਿਆਂ ਨੂੰ ਬੈਨੀਫਿਟ ਹੋਵੇ। ਓਕੇ, ਸੋ ਆਪਾਂ ਸਟਾਰਟ ਕਰਦੇ ਹਾਂ ਕੁਝ ਬੇਸਿਕ ਜੇ ਇਨਸਟਰਕਸ਼ਨਸ ਤੋਂ ਜਿਹਦੇ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ ਤੇ ਆਪਾਂ ਇਗਨੋਰ ਕਰ ਦਿੰਦੇ ਹਾਂ ਉਹ ਚੀਜ਼ਾਂ ਨੂੰ। ਇਹਦੇ ਵਿੱਚ ਦੇਖੋ, ਸਭ ਤੋਂ ਪਹਿਲੀ ਗੱਲ ਹੈ ਜਿਹੜਾ ਪੇਪਰ ਆ ਉਹ ਐਮਸੀਕਿਊ ਫਾਰਮ ਚ ਹੋਣਾ। ਬਹੁਤ ਸਟੂਡੈਂਟਸ ਨੂੰ ਇਹੀ ਚੀਜ਼ ਦਾ ਨਹੀਂ ਪਤਾ ਹੁੰਦਾ ਕਿ OMR ਸ਼ੀਟ ਕੀ ਹੁੰਦੀ ਹੈ। ਮੇਰੇ ਕੋਲ ਬਹੁਤ ਸਾਰੇ ਸਟੂਡੈਂਟਸ ਦੇ ਮੈਸੇਜ ਆਉਂਦੇ ਕਿ ਮੈਮ OMR ਸ਼ੀਟ ਤੁਸੀਂ ਕਿਉਂ ਪ੍ਰੋਵਾਈਡ ਕਰਦੇ ਹੋ ਟੈਸਟ ਸੀਰੀਜ਼ ਦੇ ਵਿੱਚ। ਦੇਖੋ, ਇਹ ਜਿਹੜਾ ਪੇਪਰ ਆ ਉਹ MCQ ਬੇਸਡ ਹੋਣਾ ਹੈ ਤੇ ਉੱਥੇ ਤੁਹਾਨੂੰ OMR ਸ਼ੀਟ ਦਿੱਤੀ ਜਾਊਗੀ। ਬੇਸਿਕਲੀ OMR ਸ਼ੀਟ ਦੇ ਵਿੱਚ ਕੀ ਹੁੰਦਾ ਨਾ, ਜਿਵੇਂ 1 2 3 4 ਕਰਕੇ ਕੁਐਸਚਨ ਆਨਸਰ ਦੇ ਉਹ ਲਿਖੇ ਹੋਏ ਹਨ, ਠੀਕ ਹੈ, ਨੰਬਰ ਲਿਖੇ ਹੋਏ ਆ। ਸੋ ਇਹਦੇ ਵਿੱਚ ਨਾ ਤੁਹਾਡੇ ਕੋਲ ਐਵੇਂ 4 ਆਪਸ਼ਨਸ ਹੋਣਗੀਆਂ A B C ਤੇ D ਤੇ ਇਹਦੇ ਨੀਚੇ ਐਵੇਂ 4 ਸਰਕਲਸ ਬਣੇ ਹੋਣਗੇ। ਜਿਵੇਂ ਸਪੋਜ਼ ਕਰੋ ਜਿਹੜਾ ਕੁਐਸਚਨ ਨੰਬਰ 1 ਹੈ ਉਹਦਾ ਆਨਸਰ ਹੈਗਾ C, ਤਾਂ ਤੁਸੀਂ C ਨੂੰ ਐਵੇਂ ਪੂਰਾ ਮਾਰਕ ਕਰਕੇ ਆਉਂਗੇ, ਠੀਕ ਹੈ। ਐਵੇਂ ਅਗਰ ਆਪਾਂ ਸੈਕਿੰਡ ਦੀ ਗੱਲ ਕਰੀਏ, ਸੈਕਿੰਡ ਦਾ ਆਨਸਰ ਹੈਗਾ B ਤਾਂ ਤੁਸੀਂ B ਨੂੰ ਫਿਲ ਕਰ ਦੋਗੇ। ਓਕੇ, ਸੋ ਇਹ OMR ਸ਼ੀਟ ਹੁੰਦੀ ਹੈ ਤੇ ਇਹਨੂੰ ਫਿਲ ਕਰਨ 'ਚ ਵੀ ਬਹੁਤ ਜ਼ਿਆਦਾ ਟਾਈਮ ਜਿਹੜਾ ਹੈ ਸਟੂਡੈਂਟਸ ਵੇਸਟ ਕਰ ਦਿੰਦੇ ਨੇ। ਸੋ ਇਹਦੀ ਵੀ ਮੈਨੇਜਮੈਂਟ ਆਉਣੀ ਚਾਹੀਦੀ ਹੈ, ਇਹਦੀ ਵੀ ਨਾਲ ਨਾਲ ਜ਼ਰੂਰ ਪ੍ਰੈਕਟਿਸ ਕਰਿਆ ਕਰੋ ਜਦੋਂ ਵੀ ਤੁਸੀਂ ਟੈਸਟ ਸੀਰੀਜ਼ ਸੋਲਵ ਕਰਦੇ ਹੋ। ਓਕੇ, ਸੋ OMR ਸ਼ੀਟ ਤੇ ਹੋਊਗਾ, ਤੁਹਾਨੂੰ ਪਤਾ ਲੱਗ ਗਿਆ OMR ਸ਼ੀਟ ਕੀ ਹੈ। ਉਸ ਤੋਂ ਇਲਾਵਾ ਦੇਖੋ, ਜਿਹੜੀ ਨੈਗੇਟਿਵ ਮਾਰਕਿੰਗ ਹੈ 1/4 ਮਾਰਕ ਡਿਡਕਟ ਹੋਊ, ਯਾਨੀ ਕਿ 1 ਨੰਬਰ ਕੱਟਿਆ ਜਾਊਗਾ। ਅਗਰ ਮੈਂ ਕਲਰਕ ਦੀ ਜਾਂ ਫਿਰ ਐਕਸਾਈਜ਼ ਦੀ ਗੱਲ ਕਰਾਂ ਤਾਂ ਇਹਦੇ ਵਿੱਚ ਆਣਗੇ ਤੁਹਾਨੂੰ 120 ਕੁਐਸਚਨਸ, ਠੀਕ ਹੈ, 120 ਮਾਰਕ ਦੇ। ਤੇ ਅਗਰ ਆਪਾਂ ਵੀਡੀਓ ਦੀ ਗੱਲ ਕਰੀਏ, ਵੀਡੀਓ ਦੇ ਵਿੱਚ ਆਣੇ ਤੁਹਾਨੂੰ 100 ਕੁਐਸਚਨ 100 ਨੰਬਰ ਦੇ। ਓਕੇ, ਤੇ ਦੋਨਾਂ ਦੇ ਵਿੱਚ ਨੈਗੇਟਿਵ ਮਾਰਕਿੰਗ ਸੇਮ ਹੈ, ਤੁਹਾਡਾ 0.25 ਮਾਰਕ ਡਿਡਕਟ ਹੋंगे। आई थिंक कितने मैं 1 नंबर बोल गई सी डिडक्ट हो, 1 नंबर डिडक्ट नहीं होगा, 1 नंबर तो मिलूगा। 0.25 मार्क डिडक्ट होंगे अगर ਤੁਸੀਂ ਰੋਂਗ ਆਪਸ਼ਨ ਨੂੰ ਕਰੈਕਟ ਕਰਕੇ ਆਉਂਗੇ। ਓਕੇ, ਤੇ ਉਸ ਤੋਂ ਇਲਾਵਾ 2 ਘੰਟਿਆਂ ਦਾ ਟਾਈਮ ਦਿੱਤਾ ਜਾਊਗਾ ਪੇਪਰ ਨੂੰ ਸੋਲਵ ਕਰਨ ਦੇ ਲਈ। ਇਹ ਕੁਝ ਬੇਸਿਕ ਇਨਸਟਰਕਸ਼ਨ ਸੀਗੀਆਂ। ਸੋ ਹੁਣ ਦੇਖੋ, ਸਭ ਤੋਂ ਪਹਿਲਾਂ ਆਪਾਂ ਸਿਲੇਬਸ ਦੇਖਦੇ ਹਾਂ ਜਿਹੜਾ ਕਿ ਐਕਸਾਈਜ਼ ਟੈਕਸੇਸ਼ਨ ਦਾ DEO, ਠੀਕ ਹੈ, ਜਿਹੜਾ ਹੁਣ ਪੇਪਰ ਪੋਸਟਪੋਨ ਹੋ ਗਿਆ ਉਹਦਾ, ਤੇ ਕਲਰਕ ਦਾ। ਇੱਕ ਕੁਝ ਐਸੀ ਮਿਥਸ ਨੇ ਜਿਹੜੀਆਂ ਕਿ ਮੈਂ ਕਲੈਰੀਫਾਈ ਕਰਨਾ ਚਾਹੁੰਦੀ ਹਾਂ, ਸਪੈਸ਼ਲੀ ਐਕਸਾਈਜ਼ ਐਂਡ ਟੈਕਸੇਸ਼ਨ ਦਾ ਜਿਹੜਾ ਐਗਜ਼ਾਮ ਹੈ ਉਹਦੇ ਲਈ। ਬਹੁਤ ਸਾਰੇ ਸਟੂਡੈਂਟਸ ਨੂੰ ਐਵੇਂ ਲੱਗਦਾ ਹੈ ਕਿ ਜਿਵੇਂ ਪਿਛਲੇ ਸਾਲ ਐਕਸਾਈਜ਼ ਤੇ ਟੈਕਸੇਸ਼ਨ ਦੇ ਵਿੱਚ ਇਹਨਾਂ ਨੇ ਟੈਕਸ ਵਾਲਾ ਜਿਹੜਾ ਟੌਪਿਕ ਹੈ ਉਹ ਸਿਲੇਬਸ 'ਚ ਇਨਕਲੂਡ ਕੀਤਾ ਸੀ, ਇਸ ਵਾਰ ਵੀ ਉਵੇਂ ਆਊਗਾ? ਬਿਲਕੁਲ ਨਹੀਂ ਆਊਗਾ, ਠੀਕ ਹੈ। ਸੋ ਇਹ ਗੱਲ ਦਾ ਤੁਸੀਂ ਧਿਆਨ ਰੱਖੋ। ਇਸ ਵਾਰ ਜਿਹੜਾ ਇਹਦਾ ਸਿਲੇਬਸ ਹੈ ਉਸ 'ਚ ਅਲੱਗ ਤੋਂ ਟੈਕਸੇਸ਼ਨ ਦਾ ਮਤਲਬ ਕੁਝ ਵੀ ਨਹੀਂ ਦਿੱਤਾ ਹੋਇਆ। ਸੋ ਤੁਹਾਨੂੰ ਉਹ ਅਲੱਗ ਤੋਂ ਤਿਆਰ ਕਰਨ ਦੀ ਜ਼ਰੂਰਤ ਨਹੀਂ ਹੈ। ਤੁਸੀਂ ਆਪਣੀ ਬੇਸਿਕਸ ਪੜ੍ਹਨੇ ਨੇ ਇਕਨੋਮਿਕਸ ਦੇ। ਓਕੇ, ਉਹ ਸਾਰਾ ਮੈਂ ਤੁਹਾਨੂੰ ਦੱਸੂਗੀ ਵੀ ਤੁਸੀਂ ਕੀ ਪੜ੍ਹਨਾ ਹੈ। ਸੋ ਇਹ ਮਿਥ ਆਪਣਾ ਕਲੀਅਰ ਕਰੋ, ਅਲੱਗ ਤੋਂ ਟੈਕਸੇਸ਼ਨ ਦਾ ਕੁਝ ਨਹੀਂ ਪੜ੍ਹਨਾ ਹੈਗਾ, ਨਾ ਹੀ ਇੰਡਸਟਰੀਅਲ ਜਿਹੜੇ ਵੀ ਉਹ ਰੂਲਸ ਵਗੈਰਾ ਸੀਗੇ, ਠੀਕ ਹੈ, ਉਹ ਵੀ ਕੁਝ ਨਹੀਂ ਪੜ੍ਹਨਾ ਤੁਸੀਂ। ਓਕੇ, ਉਸ ਤੋਂ ਇਲਾਵਾ PSSB ਦੀ ਖਾਸ ਗੱਲ ਇਹ ਹੈ ਕਿ ਜੋ ਇਹਨਾਂ ਨੇ ਸਿਲੇਬਸ 'ਚ ਮੈਂਸ਼ਨ ਕੀਤਾ ਹੋਇਆ ਇਹ ਉਹ ਤੋਂ ਬਾਹਰ ਨਹੀਂ ਪੁੱਛਦੇ। ਸੋ ਜੋ ਚੀਜ਼ਾਂ ਜਿਹੜੀ ਪੋਸਟ ਲਈ ਕਿਸੇ ਨੇ ਵੀ ਅਪਲਾਈ ਕੀਤਾ ਹੋਇਆ, ਜੋ ਉਹ ਪੋਸਟ ਦੇ ਸਿਲੇਬਸ 'ਚ ਚੀਜ਼ਾਂ ਲਿਖੀਆਂ ਹੋਈਆਂ ਤੁਸੀਂ ਜਸਟ ਉਹੀ ਕਵਰ ਕਰਨਾ। ਚਾਹੇ ਤੁਹਾਨੂੰ ਕੋਈ ਵੀ ਵੈਬਸਾਈਟ ਕੋਈ ਵੀ ਕੁਝ ਵੀ ਕਹੇ ਕਿ ਇਹ ਵੀ ਪੜ੍ਹ ਲਓ, ਇਹ ਵੀ ਆ ਸਕਦਾ, ਇਹ ਵੀ ਪੜ੍ਹ ਲਓ, ਇਹ ਵੀ ਆ ਸਕਦਾ, ਨਹੀਂ।
ਤੁਸੀਂ ਜਸਟ ਸਿਲੇਬਸ ਤੱਕ ਹੀ ਆਪਣੇ ਆਪ ਨੂੰ ਲਿਮਿਟਡ ਰੱਖਣਾ ਹੈ। ਕੁਝ ਕੁ ਟੌਪਿਕਸ ਨੇ ਜਿਹੜੇ ਐਕਸਟਰਾ ਪੁੱਛਦੇ ਨੇ, ਉਹ ਮੈਂ ਤੁਹਾਨੂੰ ਦੱਸੂਗੀ ਵੀਡੀਓ ਦੇ ਵਿੱਚ ਕਿ ਕਿਹੜੇ ਪੁੱਛ ਸਕਦੇ ਨੇ, ਬਟ ਤੁਸੀਂ ਇਹ ਤੋਂ ਬਾਹਰ ਕੁਝ ਨਹੀਂ ਕਰਨਾ ਜੋ ਸਿਲੇਬਸ 'ਚ ਮੈਂਸ਼ਨ ਹੈ, ਪਹਿਲੀ ਗੱਲ, ਠੀਕ ਹੈ। ਹੁਣ ਆਪਾਂ ਦੇਖੋ ਜਿਹੜੀ ਇਹ ਤਿੰਨੋਂ ਪੋਸਟ, ਇਹਨਾਂ ਦਾ ਸਿਲੇਬਸ ਸੇਮ ਹੈ ਤੇ ਵੀਡੀਓ ਦਾ ਵੀ ਨਾਲ ਪੈਰਲਲ 'ਚ ਡਿਸਕਸ ਕਰਾਂਗੇ। ਸੋ ਦੇਖੋ ਸਭ ਤੋਂ ਪਹਿਲਾਂ ਹੁਣ ਆਪਾਂ ਗੱਲ ਕਰਦੇ ਹਾਂ ਐਕਸਾਈਜ਼ ਕਲਰਕ ਦੇ ਪੇਪਰ ਦੀ, ठीक है। इस क्लर्क DEO भी कवर है, सो ਉਹਦੇ ਲਈ ਵੀ ਇਹ ਤੁਹਾਡਾ ਹੋ ਜਾਊਗਾ। ਸੋ ਇਸ 'ਚ ਨੰਬਰ ਆਫ ਕੁਐਸਚਨ 120 ਆਣੇ ਆ, 120 ਮਾਰਕਸ ਆਣੇ ਤੇ ਹਰ ਕੁਐਸਚਨ ਹੈ ਜਿਹੜਾ 1 ਨੰਬਰ ਦਾ MCQ ਫਾਰਮ 'ਚ ਹੈ। ਇਹਦੇ ਵਿੱਚ ਅਗਰ ਆਪਾਂ ਗੱਲ ਕਰੀਏ ਜਨਰਲ ਨੌਲੇਜ, ਕਰੰਟ ਅਫੇਅਰ, ਇੰਗਲਿਸ਼, ਪੰਜਾਬੀ, ਲੌਜੀਕਲ ਰੀਜ਼ਨਿੰਗ, ਮੈਂਟਲ ਐਬਿਲਿਟੀ, ਪੰਜਾਬ, ਹਿਸਟਰੀ, ਕਲਚਰ ਤੇ ICT, ਇਹ ਆਣਾ ਤੁਹਾਨੂੰ ਸਿਲੇਬਸ 'ਚ। ਓਕੇ, ਸੋ ਹੁਣ ਦੇਖੋ ਉਸ ਤੋਂ ਇਲਾਵਾ ਅਗਰ ਆਪਾਂ ਵੀਡੀਓ ਦੀ ਗੱਲ ਕਰੀਏ, ਵੀਡੀਓ ਦੇ ਵਿੱਚ थोड़ा जनरल नॉलेज आ गया, करंट अफेयर आ गया, इंग्लिश, पंजाबी, मैंटल एबिलिटी, मैथमैटिकल स्किल्स, ठीक है, ये सब आना थानू। सो ਹੁਣ ਆਪਾਂ ਦੇਖਦੇ ਹਾਂ ਇਹਦੇ ਵਿੱਚ ਇੱਕ ਡਿਫਰੈਂਸ ਕੀ ਹੈ ਕਿ ਇਹਦੇ ਨੰਬਰ ਆਫ ਕੁਐਸਚਨ 100 ਆਨੇ ਹੈ, 100 ਮਾਰਕਸ ਆਣਾ ਹੈ। ਓਕੇ, ਸੋ ਦੇਖੋ ਸਭ ਤੋਂ ਪਹਿਲਾਂ ਇੱਕ ਛੋਟੀ ਜਿਹੀ ਚੀਜ਼, ਜਿਹੜਾ ਕਿ ਰੀਸੈਂਟਲੀ ਐਗਜ਼ਾਮ ਹੋਇਆ ਫੋਰੈਸਟ ਗਾਰਡ ਦਾ, ਉਹਦੇ ਵਿੱਚ ਜਿਹੜੀ ਮਿਹਨਤੀ ਬੱਚੇ ਦੇ ਦੁਆਰਾ ਟੈਸਟ ਸੀਰੀਜ਼ ਲਾਂਚ ਕੀਤੀ ਗਈ ਸੀ, ਐਜ਼ ਇਟ ਇਜ਼ 20 ਕੁਐਸਚਨਸ ਆ ਗਏ ਸੀ। ਇਹਦੇ ਉੱਪਰ ਵੀਡੀਓ ਵੀ ਹੈਗੀ ਹੈ ਚੈਨਲ ਤੇ, ਤੁਸੀਂ ਦੇਖ ਸਕਦੇ ਹੋ। ਓਕੇ, ਤੇ ਨਾਲ ਇੱਕ ਹੋਰ ਚੀਜ਼ ਮੈਂ ਤੁਹਾਨੂੰ ਕਹਿਣਾ ਚਾਹਨੀ ਹਾਂ, ਪ੍ਰੈਕਟਿਸ ਲਈ ਇੱਕ ਮੌਕ ਟੈਸਟ ਹੈ ਜਿਹੜਾ ਉਹਦੀ ਵੀਡੀਓਜ਼ ਚੈਨਲ ਉੱਪਰ ਅਪਲੋਡ ਕੀਤੀਆਂ ਗਈਆਂ ਸੀ, ਠੀਕ ਹੈ। ਸੋ ਫੋਰੈਸਟ ਗਾਰਡ ਦਾ ਉਹ, ਤੇ ਤੁਸੀਂ ਉਹ ਮਤਲਬ ਸਰਚ ਕਰਕੇ ਦੇਖ ਸਕਦੇ ਹੋ ਤੇ ਉੱਥੋਂ ਤੁਸੀਂ ਕੁਐਸਚਨਸ ਵੀ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਟੈਸਟ ਸੀਰੀਜ਼ ਚ ਪਾਏ ਗਏ। ਈਵਨ ਜਿਹੜਾ ਮੌਕ ਟੈਸਟ 1 ਸੀ ਉਹ ਮੈਂ ਡਿਸਕਸ ਕਰਵਾਇਆ ਸੀਗਾ, ਇਹ ਟੈਸਟ ਸੀਰੀਜ਼ ਦੇ ਵਿੱਚ ਵੀ ਮੌਕ ਟੈਸਟ 1 ਨਹੀਂ ਸੀ ਤੇ ਉਹ ਮੈਂ ਡਿਸਕਸ ਕਰਵਾਤਾ ਸੀ, ਠੀਕ ਹੈ। ਤੇ ਐਜ਼ ਇਟ ਇਜ਼ ਇਸ ਚੋਂ ਕੁਐਸਚਨ ਆਏ ਹੋਏ ਆ, ਵੀਡੀਓਜ਼ 'ਚ ਤੁਹਾਨੂੰ ਪਤਾ ਲੱਗ ਜਾਊਗਾ। ਸੋ ਇਹ ਵੀਡੀਓਜ਼ ਨੂੰ ਜ਼ਰੂਰ ਦੇਖਿਓ। ਸੋ ਹੁਣ ਆਪਾਂ ਸਟਾਰਟ ਕਰਦੇ ਹਾਂ। ਸਭ ਤੋਂ ਪਹਿਲਾਂ ਐਕਸਾਈਜ਼ ਤੇ ਕਲਰਕ ਦੇ ਵਿੱਚ ਕੀ ਉਹਨਾਂ ਨੇ ਜੀਕੇ ਦੇ ਵਿੱਚ ਮੈਂਸ਼ਨ ਕੀਤਾ ਹੋਇਆ ਹੈ। ਦੇਖੋ ਕਰੰਟ ਅਫੇਅਰਸ ਨੂੰ ਬਾਅਦ ਚ ਦੇਖਦੇ ਹਾਂ, ਪਹਿਲਾਂ ਆਪਾਂ ਬੇਸਿਕ ਦੇਖਦੇ ਹਾਂ ਕਿ ਕੀ ਲਿਖਿਆ ਹੋਇਆ ਹੈ। ਪੋਲਿਟੀ ਆਣੀ ਹੈ ਤੁਹਾਨੂੰ, ਓਕੇ। ਉਸ ਤੋਂ ਇਲਾਵਾ ਇਨਵਾਇਰਨਮੈਂਟ ਆਣਾ ਹੈ। ਇੱਕ ਚੀਜ਼ ਹੋਰ, ਜੀਓਗ੍ਰਾਫੀ ਚੋਂ ਕੁਐਸਚਨਸ ਨਹੀਂ ਆ ਰਹੇ, ਠੀਕ ਹੈ। ਸੋ ਜੀਓਗ੍ਰਾਫੀ ਐਸ ਸੱਚ ਕਰਨ ਦੀ ਜ਼ਰੂਰਤ ਨਹੀਂ ਹੈ। ਪੰਜਾਬ ਦੀ ਜੀਓਗ੍ਰਾਫੀ ਦੇਖ ਲਿਓ, ਇੰਡੀਆ ਦੀ ਜੀਓਗ੍ਰਾਫੀ ਚੋਂ ਐਸ ਸੱਚ ਕੁਝ ਕੁਐਸਚਨਸ ਦੇਖਣ ਨੂੰ ਨਹੀਂ ਮਿਲੇ ਆ ਖਾਸ। ਇਨਵਾਇਰਨਮੈਂਟ ਦੇ ਬੇਸਿਕਸ ਚੋਂ ਦੇਖਣ ਨੂੰ ਮਿਲੇ ਆ, ਸੋ ਇਹ ਜ਼ਰੂਰ ਕਰ ਲਿਓ, ਠੀਕ ਹੈ। ਮੈਂ ਤੁਹਾਨੂੰ ਇੱਕ ਸਬਜੈਕਟ ਕਰਕੇ ਵੀ ਦੱਸੂਗੀ ਵੀ ਤੁਸੀਂ ਮੇਨ ਕਿਹੜੇ ਟੌਪਿਕਸ ਪੜ੍ਹਨੇ ਆ। ਉਹ ਤੋਂ ਬਾਅਦ ਕਰੰਟ ਅਫੇਅਰ ਨੂੰ ਆਪਾਂ ਡਿਟੇਲ ਚ ਡਿਸਕਸ ਕਰਾਂਗੇ, ਸੋ ਹਜੇ ਇਹਨੂੰ ਛੱਡਦੇ ਹਾਂ। ਸਾਇੰਸ ਐਂਡ ਟੈਕ ਚੋਂ ਵੀ ਕੁਐਸਚਨਸ ਆ ਰਹੇ ਨੇ, ਬੇਸਿਕਸ ਪੁੱਛ ਰਹੇ ਨੇ, ਕੋਈ ਜ਼ਿਆਦਾ ਟਫ ਕੁਐਸਚਨਸ ਨਹੀਂ ਆ ਰਹੇ, ਓਕੇ। ਉਹ ਤੋਂ ਬਾਅਦ ਇਕਨੋਮਿਕ ਇਸ਼ੂਜ਼ ਦਾ ਮਤਲਬ ਕੀ ਪੜ੍ਹਨੀ ਹੈ ਤੁਸੀਂ, ਇਕਨੋਮਿਕਸ। ਦੈਨ ਹਿਸਟਰੀ ਆਫ ਪੰਜਾਬ, ਮਤਲਬ ਪੰਜਾਬ ਦੀ ਹਿਸਟਰੀ ਪੂਰੀ, ਸਿੱਖੀਜ਼ਮ ਤੋਂ ਲੈ ਕੇ ਜਦ ਤੱਕ ਪੰਜਾਬ ਜਿਹੜਾ ਹੈ ਪ੍ਰੈਜ਼ੈਂਟ ਪੰਜਾਬ ਨਹੀਂ ਬਣਿਆ ਉਦ ਤੱਕ, ਠੀਕ ਹੈ। ਉਹ ਤੋਂ ਬਾਅਦ ਹਿਸਟਰੀ ਆਫ ਇੰਡੀਆ, ਸਪੈਸ਼ਲ ਰੈਫਰੈਂਸ ਟੂ ਮਾਡਰਨ इंडियन फ्रीडम स्ट्रगल मूवमेंट, मतलब मॉडर्न हिस्ट्री पढ़नी है। और तो बाद स्पोर्ट्स, सिनेमा, लिटरेचर बहुत इंपॉर्टेंट है ये वाला पार्ट। करंट अफेयर के तौर पर भी, स्टैटिक जीके के तौर पर भी क्वेश्चंस बहुत आ रहे हैं, ओके। सो अगर आप एक्साइज ते क्लर्क की गल करिए, ਉਹਦੇ ਵਿੱਚ ਇਹ ਸੈਸ਼ਨ ਆਣਾ 30 ਮਾਰਕਸ ਦਾ। अगर आप नैक्सट वीडियो की गल करिए तो ਉਹਦੇ ਵਿੱਚ ਇਹ ਸੈਸ਼ਨ ਆਣਾ 25 ਮਾਰਕਸ ਦਾ, ओके। सो ਹੁਣ ਇੱਕ ਇੱਕ ਕਰਕੇ ਡਿਟੇਲ ਚ ਚੀਜ਼ਾਂ ਦੇਖਦੇ ਹਾਂ, ਤੁਹਾਨੂੰ ਮੈਂ ਸਾਰਾ ਦੱਸੂਗੀ। ਸਭ ਤੋਂ ਪਹਿਲਾਂ ਜਿੱਥੋਂ ਤੁਹਾਨੂੰ ਡਰ ਲੱਗਦਾ ਸਭ ਤੋਂ ਵੱਧ, ਉਹਦੀ ਗੱਲ ਕਰਦੇ ਹੋ ਹੈਗੇ ਆਪਣੇ ਕਰੰਟ ਅਫੇਅਰਸ। ਦੇਖੋ ਇੱਕ ਨਾ ਜਿਹੜੇ PSSB ਦੇ ਐਗਜ਼ਾਮਸ ਹੈ ਉਹਨਾਂ ਵਿੱਚ ਟ੍ਰੈਂਡ ਬਹੁਤ ਜ਼ਿਆਦਾ ਚੇਂਜ ਹੁੰਦਾ ਹੈ। ਜਿਹੜੇ ਪੇਪਰ PSSB ਦੇ ਸਤੰਬਰ ਚ ਹੋਏ, ਅਕਤੂਬਰ ਚ ਹੋਏ, ਉਹਨਾਂ ਵਿੱਚ ਕਰੰਟ ਅਫੇਅਰਸ ਬਹੁਤ ਜ਼ਿਆਦਾ ਸੀਗੇ, ਸਟੈਟਿਕ ਚ ਬਹੁਤ ਘੱਟ ਕੁਐਸਚਨਸ ਦੇਖਣ ਨੂੰ ਮਿਲੇ ਸੀ। ਬਟ ਜਿਹੜੇ ਹੁਣੀ ਰੀਸੈਂਟਲੀ ਐਗਜ਼ਾਮ ਹੋਇਆ, ਜਿਵੇਂ ਫੋਰੈਸਟ ਗਾਰਡ ਦਾ ਹੋਇਆ, ਉਹ ਤੋਂ ਪਹਿਲਾਂ ਕੁਝ ਐਗਜ਼ਾਮਸ ਹੋਏ ਨੇ, ਉਹਨਾਂ ਵਿੱਚ ਸਟੈਟਿਕ ਪਾਰਟ ਦੇਖਣ ਨੂੰ ਮਿਲਿਆ। ਉਹ ਸਟੈਟਿਕ ਪਾਰਟ ਜਿਹੜਾ ਸੀਗਾ ਸਾਇੰਸ ਐਂਡ ਟੈਕ 'ਚ ਦੇਖਣ ਨੂੰ ਮਿਲਿਆ, ਠੀਕ ਹੈ, ਜਾਂ ਫਿਰ ਇਕਨੋਮਿਕਸ ਦੇ ਬੇਸਿਕਸ ਦੇਖਣ ਨੂੰ ਮਿਲੇ, ਜਾਂ ਫਿਰ ਪੋਲਿਟੀ ਦਾ ਦੇਖਣ ਨੂੰ ਮਿਲਿਆ, ਜਾਂ ਫਿਰ ਮਾਡਰਨ ਹਿਸਟਰੀ 'ਚ ਕੁਐਸਚਨਸ ਦੇਖਣ ਨੂੰ ਮਿਲੇ, ਓਕੇ। ਇਹ ਮੈਂ ਪੰਜਾਬ ਜੀਕੇ ਤੋਂ ਇਲਾਵਾ ਗੱਲ ਕਰ ਰਹੀ ਹਾਂ, ਬਿਕੋਜ਼ ਪੰਜਾਬ ਜੀਕੇ ਦੇ ਵਿੱਚ ਜਿਹੜਾ ਕਲਚਰ ਵਾਲਾ ਪਾਰਟ ਹੈ ਤੇ ਜਿਹੜਾ ਹਿਸਟਰੀ ਵਾਲਾ ਪਾਰਟ ਹੈ ਉਹ ਤਾਂ ਕਰਨਾ ਹੀ ਕਰਨਾ, ਠੀਕ ਹੈ। ਇਸ ਤੋਂ ਇਲਾਵਾ ਸਟੈਟਿਕ ਦਾ ਦੱਸ ਰਹੀ ਹਾਂ। ਸੋ ਆਪਾਂ ਪਹਿਲਾਂ ਕਰੰਟ ਤੇ ਆਉਂਦੇ ਹਾਂ, ਦੈਨ ਆਪਾਂ ਸਟੈਟਿਕ ਤੇ ਮੂਵ ਕਰਾਂਗੇ। ਸੋ ਦੇਖੋ ਸਭ ਤੋਂ ਪਹਿਲਾਂ ਕਰੰਟ ਅਫੇਅਰਸ ਦਾ ਇਹ ਚੀਜ਼ ਸੋਚਣਾ ਚਾਹੀਦਾ ਤੁਹਾਨੂੰ ਕਿ ਤੁਸੀਂ ਕਿਹੜੇ ਮੰਥ ਦੇ ਕਰਨੇ ਆ। ਲਾਸਟ 6 ਮੰਥ ਦੇ ਕਰੰਟ ਅਫੇਅਰਸ ਤੁਸੀਂ ਕਰਨੇ ਨੇ, ਓਕੇ। ਹੁਣ ਜਿਵੇਂ ਸਪੋਜ਼ ਕਰਦੇ ਆ ਆਪਣਾ ਜਿਹੜਾ ਐਗਜ਼ਾਮ ਹੈ ਉਹ ਜਨਵਰੀ 2023 ਦੇ ਵਿੱਚ ਹੈ, ਓਕੇ। ਤਾਂ ਤੁਸੀਂ ਕਦੋਂ ਤੱਕ ਦੇ ਕਰੰਟ ਅਫੇਅਰਸ ਕਰੋਗੇ, ਜੁਲਾਈ 2022 ਤੋਂ ਲੈ ਕੇ ਦਸੰਬਰ 2022 ਤੱਕ ਦੇ ਤੁਸੀਂ ਸਾਰੇ ਕਰੰਟ ਅਫੇਅਰਸ ਜਿਹੜੇ ਨੇ ਉਹ ਕਵਰ ਕਰਨੇ ਨੇ,
ठीक है। करंट अफेयर तुसी कोई भी अच्छे सोर्स तो कवर कर सकते हो, तो अलग तो ਤੁਹਾਨੂੰ ਇਹਦਾ ਕੋਰਸ ਵੀ ਮਿਲ ਜੂਗਾ ਕਰੰਟ ਅਫੇਅਰ ਦਾ, ਉਹਦੀ ਡਿਟੇਲਸ ਤੁਸੀਂ ਲੈ ਸਕਦੇ ਹੋ। ਨੰਬਰ ਫਲੈਸ਼ ਹੋ ਰਿਹਾ ਹੋਊਗਾ 8054070091, ਉਹਦੇ ਵਿੱਚ ਤੁਹਾਡੇ ਸਾਰੇ ਕਰੰਟ ਅਫੇਅਰ ਕਵਰ ਹੋ ਜਾਣਗੇ ਜਿਹੜੇ ਵੀ ਹੁਣ ਰੀਸੈਂਟ ਐਗਜ਼ਾਮਸ ਆਏ ਉਹ ਸਾਰੇ ਕੀਤੇ ਹੋਏ ਸੀ ਕੋਰਸ ਦੇ ਵਿੱਚ। ਓਕੇ, ਸੋ ਤੁਸੀਂ ਵੀ ਇੱਕ ਜਗ੍ਹਾ ਤੋਂ ਸਾਰੇ ਕਰੰਟ ਅਫੇਅਰ ਕਵਰ ਕਰ ਸਕਦੇ ਹੋ ਕੋਰਸ ਤੋਂ, ਜਿਹੜਾ ਮਿਹਨਤੀ ਬੱਚੇ ਦਾ ਕੋਰਸ ਹੈ ਕਰੰਟ ਅਫੇਅਰ ਦਾ। ਓਕੇ, ਸੋ ਹੁਣ ਮੈਂ ਤੁਹਾਨੂੰ ਟੌਪਿਕਸ ਵੀ ਦੱਸਣਾ ਚਾਹੁੰਦੀ ਹਾਂ ਕਿ ਕਿਹੜੇ-ਕਿਹੜੇ ਟੌਪਿਕਸ 'ਚ ਕਰੰਟ ਅਫੇਅਰਸ ਪੁੱਛੇ ਜਾ ਰਹੇ ਨੇ। ਸੋ ਦੇਖੋ, ਸਭ ਤੋਂ ਪਹਿਲਾਂ ਫਸਟ, ਕੋਈ ਚੀਜ਼ ਇੰਡੀਆ 'ਚ ਹੋਈ ਹੋਵੇ, ਕੋਈ ਚੀਜ਼ ਵਰਲਡ 'ਚ ਹੋਈ ਹੋਵੇ, ਇਹ ਤਾਂ ਆ ਹੀ ਰਿਹਾ ਹੈ, ਠੀਕ ਹੈ। ਸੋ ਇਹ ਤਾਂ ਤੁਸੀਂ ਕਰਨਾ ਹੀ ਕਰਨਾ ਹੈ। ਉਸ ਤੋਂ ਇਲਾਵਾ ਨੈਕਸਟ, ਕੋਈ ਵੀ ਗਵਰਨਮੈਂਟ ਨੇ ਸਕੀਮ ਲਾਂਚ ਕੀਤੀ ਹੋਵੇ, ਕੋਈ ਗਵਰਨਮੈਂਟ ਪੋਰਟਲ ਨਿਊਜ਼ 'ਚ ਹੋਵੇ, ਇਹ ਤੁਸੀਂ ਕਰਨਾ ਹੈ, ਠੀਕ ਹੈ ਜੀ। ਉਸ ਤੋਂ ਇਲਾਵਾ ਨੈਕਸਟ, ਆਪਣੇ ਕੋਲ ਕੋਈ ਵੀ ਰੀਸੈਂਟ ਐਪ ਨਿਊਜ਼ 'ਚ ਹੈ, ਉਹਦੇ ਬਾਰੇ ਦੇਖਣਾ ਹੈ। ਕੋਈ ਵੀ ਫੇਮਸ ਪਰਸਨੈਲਿਟੀ ਨਿਊਜ਼ 'ਚ ਹੈ, ਉਹ ਕਾਹਦੇ ਲਈ ਨਿਊਜ਼ 'ਚ ਹੈ, ਠੀਕ ਹੈ ਜੀ। ਸੋ ਉਹਨਾਂ ਦੇ ਬਾਰੇ ਤੁਸੀਂ ਦੇਖਣਾ ਹੀ ਦੇਖਣਾ ਹੈ। ਉਹ ਤੋਂ ਬਾਅਦ ਨੈਕਸਟ ਦੇਖੋ, ਗਵਰਨਮੈਂਟ ਪੋਰਟਲਸ ਹੋ ਗਿਆ, ਹਾਂਜੀ, ਡੇਜ਼, ਜਿਹੜੇ ਇੰਪੋਰਟੈਂਟ ਡੇਜ਼ ਨੇ, ਠੀਕ ਹੈ, ਉਹ ਕਰਨੇ ਨੇ। ਡੇਜ਼ ਦੇ ਵਿੱਚ ਜ਼ਿਆਦਾਤਰ ਥੀਮਸ ਪੁੱਛਦੇ ਨੇ ਜਾਂ ਫਿਰ ਕੋਈ ਵੀ ਪਰਟੀਕੂਲਰ ਡੇ ਦੇ ਦੇਣਗੇ ਵੀ ਉਹ ਕਦੋਂ ਆਉਂਦਾ ਉਹ ਪੁੱਛਦੇ ਨੇ, ਠੀਕ ਹੈ। ਸੋ ਡੇਜ਼ ਇੰਪੋਰਟੈਂਟ ਕਰਨੇ ਨੇ ਤੁਸੀਂ। ਇਸ ਤੋਂ ਇਲਾਵਾ ਇੰਪੋਰਟੈਂਟ ਜਿਹੜੇ ਇੰਡੈਕਸ ਨਿਊਜ਼ 'ਚ ਰਹਿੰਦੇ ਆ ਜਾਂ ਫਿਰ ਆਪਾਂ ਕਹਿ ਸਕਦੇ ਹਾਂ ਜਿਹੜੀ ਰੈਂਕਿੰਗ ਰਹਿੰਦੀ ਹੈ ਨਿਊਜ਼ 'ਚ, ਉਹ ਕਰਨੀ ਹੈ ਤੁਸੀਂ, ਓਕੇ ਜੀ। ਉਸ ਤੋਂ ਇਲਾਵਾ ਨੈਕਸਟ ਅਗਰ ਆਪਾਂ ਦੇਖੀਏ ਤਾਂ ਦੇਖੋ, ਜਿਵੇਂ ਸਾਇੰਸ ਐਂਡ ਟੈਕ ਦੇ ਨਾਲ, ਮਤਲਬ ਕੋਈ ਮਿਸਾਈਲ ਲਾਂਚ ਹੋਈ ਹੈ ਜਾਂ ਫਿਰ ਕੋਈ ਮਿਸ਼ਨ ਲਾਂਚ ਕੀਤਾ ਗਿਆ ਇਸਰੋ ਦੇ ਦੁਆਰਾ, ਨਾਸਾ ਦੇ ਦੁਆਰਾ, ਜਾਂ ਕੋਈ ਵੀ ਹੋਰ ਇੰਪੋਰਟੈਂਟ ਸਪੇਸ ਏਜੰਸੀ ਦੇ ਦੁਆਰਾ, ਠੀਕ ਹੈ। ਸੋ ਉਹ ਤੁਸੀਂ ਦੇਖਣਾ ਹੈ, ਮਤਲਬ ਸੈਟੇਲਾਈਟ ਹੋ ਗਈ ਜਾਂ ਕੋਈ ਵੀ ਮਿਸ਼ਨ ਹੋ ਗਿਆ, ਓਕੇ। ਉਸ ਤੋਂ ਇਲਾਵਾ ਨੈਕਸਟ ਅਗਰ ਆਪਾਂ ਗੱਲ ਕਰੀਏ ਡਿਫੈਂਸ ਦੇ ਵਿੱਚ, ਜਿਹੜੀ ਆਪਣੇ ਕੋਲ ਅਲੱਗ-ਅਲੱਗ ਐਕਸਰਸਾਈਜ਼ ਹੁੰਦੀਆਂ ਨੇ, ਮੈਰੀਟਾਈਮ, ਏਰੀਅਲ, ਠੀਕ ਹੈ, ਉਹ ਦੇਖਣੀਆਂ ਤੁਸੀਂ। ਉਹ ਐਕਸਰਸਾਈਜ਼ ਕਿੱਥੇ ਹੋਈ ਤੇ ਉਹਦੇ ਵਿੱਚ ਕਿਹੜੀ-ਕਿਹੜੀ ਕੰਟਰੀਜ਼ ਨੇ ਪਾਰਟਿਸਿਪੇਟ ਕੀਤਾ, ਇਹ ਇੰਪੋਰਟੈਂਟ ਹੁੰਦਾ ਹੈ। ਤੇ ਟਾਈਪ ਆਫ ਐਕਸਰਸਾਈਜ਼, ਮੈਰੀਟਾਈਮ ਐਕਸਰਸਾਈਜ਼ ਹੈ, ਏਰੀਅਲ ਐਕਸਰਸਾਈਜ਼ ਹੈ, ਕਿਹੜੀ ਐਕਸਰਸਾਈਜ਼ ਹੈ। ਉਹ ਤੋਂ ਬਾਅਦ ਨੈਕਸਟ ਦੇਖੋ, ਹੋਰ ਡਿਫੈਂਸ ਦੇ ਵਿੱਚ ਕੀ ਹੈ ਕਿ ਕੋਈ ਵੀ ਇੰਪੋਰਟੈਂਟ ਡਿਫੈਂਸ ਦਾ ਇਕਵਿਪਮੈਂਟ ਲਾਂਚ ਕੀਤਾ ਜਾਂਦਾ ਹੈ, ਠੀਕ ਹੈ। ਸੋ ਤੁਸੀਂ ਉਹਦੇ ਬਾਰੇ ਦੇਖਣਾ ਹੈ, ਓਕੇ। ਕੋਈ ਮਿਸਾਈਲ ਹੈ ਨਿਊ ਜਾਂ ਫਿਰ ਕੋਈ ਹੈਲੀਕਾਪਟਰ ਹੈ, ਠੀਕ ਹੈ, ਕੋਈ ਗਨ ਹੈ, ਉਹ ਸਭ। ਉਸ ਤੋਂ ਇਲਾਵਾ ਨੈਕਸਟ ਦੇਖੋ, ਹੁਣ ਆਪਾਂ ਗੱਲ ਕਰਦੇ ਹਾਂ ਸਪੋਰਟਸ ਦੀ। ਸਪੋਰਟਸ 'ਚ ਬਹੁਤ ਜ਼ਿਆਦਾ ਕੁਐਸਚਨਸ ਆਉਂਦੇ ਆ। ਸਪੋਰਟਸ ਦਾ ਸਟੈਟਿਕ ਜਿਵੇਂ ਕਿ ਲਿਖਿਆ ਹੋਇਆ ਤੁਹਾਡੇ ਸਿਲੇਬਸ ਦੇ ਵਿੱਚ, ਕਰੰਟ 'ਚ ਵੀ ਬਹੁਤ ਕੁਐਸਚਨਸ ਆਉਂਦੇ ਆ। ਕੋਈ ਵੀ ਰੀਸੈਂਟ ਸਪੋਰਟਸ ਦਾ ਟੂਰਨਾਮੈਂਟ ਹੋਇਆ, ਠੀਕ ਹੈ, ਉਹ ਕੋਈ ਵੀ ਪਲੇਅਰ ਨਿਊਜ਼ 'ਚ ਹੋਇਆ ਹੋਵੇ, ਉਹ ਟੂਰਨਾਮੈਂਟ ਦੇ ਵਿੱਚ ਕੋਈ ਪਲੇਅਰ ਨੇ ਕੁਝ ਕੀਤਾ ਹੋਵੇ, ਉਹ ਪਲੇਅਰ ਦਾ ਨਾਮ ਦੇ ਕੇ ਪੁੱਛ ਲੈਣਗੇ ਕਿ ਇਹ ਪਲੇਅਰ ਕਿਹੜੀ ਗੇਮ ਨਾਲ ਐਸੋਸੀਏਟ ਹੈ, ਓਕੇ। ਉਸ ਤੋਂ ਇਲਾਵਾ ਸਪੋਰਟਸ ਦੇ ਵਿੱਚ ਜਿਹੜੇ ਇੰਪੋਰਟੈਂਟ ਅਵਾਰਡਸ ਦਿੱਤੇ ਜਾਂਦੇ ਨੇ, ਸੋ ਉਹ ਬਹੁਤ ਕੁਐਸਚਨਸ ਆਉਂਦੇ ਨੇ, ਇਹਨੂੰ ਬਿਲਕੁਲ ਨਾ ਛੱਡ ਕੇ ਜਾਈਓ। ਉਹ ਤੋਂ ਬਾਅਦ ਨੈਕਸਟ, ਜਿਵੇਂ ਸਪੋਰਟਸ, ਸਿਨੇਮਾ, ਲਿਟਰੇਚਰ। ਸਿਨੇਮਾ ਦੀ ਗੱਲ ਕਰੀਏ ਤਾਂ ਸਿਨੇਮਾ ਦੇ ਵਿੱਚ ਵੀ ਜਿਹੜੇ ਅਵਾਰਡਸ ਦਿੱਤੇ ਜਾਂਦੇ ਆ, ਠੀਕ ਹੈ ਜੀ, ਜਾਂ ਫਿਰ ਸਿਨੇਮਾ ਦੇ ਵਿੱਚ ਕੋਈ ਐਸੀ ਮੂਵੀਜ਼ ਹੈ ਜਿਹੜੀ ਕਿ ਥੀਮ ਬੇਸਡ ਹੈ, ਮਤਲਬ ਉਹ ਮੂਵੀ 'ਚ ਜਾਂ ਤਾਂ ਕਿਸੇ ਦੀ ਲਾਈਫ ਦੇ ਉੱਪਰ ਬੇਸਡ ਹੈ ਜਾਂ ਫਿਰ ਕੋਈ ਥੀਮ ਤੇ ਹੈ, ਬੱਚਿਆਂ ਦੇ ਉੱਪਰ ਹੈ, ਠੀਕ ਹੈ, ਮਦਰ ਉੱਪਰ ਹੈ, ਫਾਦਰ ਉੱਪਰ ਹੈ, ਸੋ ਉਹਦਾ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ, ਓਕੇ। ਜਾਂ ਫਿਰ ਅਵਾਰਡਸ ਹੋ ਗਏ, ਸਿਨੇਮਾ ਹੋ ਗਏ, ਸੌਰੀ ਸਿਨੇਮਾ ਦੇ ਅਵਾਰਡਸ ਹੋ ਗਏ, ਮੂਵੀਜ਼ ਹੋ ਗਈਆਂ, ਠੀਕ ਹੈ। ਉਹ ਤੋਂ ਬਾਅਦ ਗੱਲ ਕਰਦੇ ਲਿਟਰੇਚਰ ਦੀ। ਲਿਟਰੇਚਰ ਦੇ ਵਿੱਚ ਵੀ ਦੇਖੋ, ਰੀਸੈਂਟ ਜਿਹੜੇ ਨਿਊ ਬੁੱਕਸ ਹੁੰਦੀਆਂ ਨੇ ਉਹਦੇ ਬਾਰੇ ਪੁੱਛਦੇ ਆ, ਇਹਦੇ ਵਿੱਚ ਵੀ ਅਵਾਰਡਸ ਉੱਪਰ ਬਹੁਤ ਕੁਐਸਚਨ ਆਉਂਦੇ ਆ, ਠੀਕ ਹੈ ਜੀ। ਜਾਂ ਫਿਰ ਕਈ ਵਾਰ ਕੀ ਹੁੰਦਾ ਕਿ ਕੋਈ ਅਵਾਰਡ ਨਿਊਜ਼ 'ਚ ਹੈ, ਜਿਵੇਂ ਬੁਕਰ ਪ੍ਰਾਈਜ਼ ਬਹੁਤ ਨਿਊਜ਼ 'ਚ ਰਿਹਾ ਸੀ, ਤੇ ਉਹਦੇ ਉੱਪਰ ਆਈ ਥਿੰਕ PSSB ਦੇ ਹਰ ਐਗਜ਼ਾਮ ਦੇ ਵਿੱਚ ਅਲੱਗ-ਅਲੱਗ ਕੁਐਸਚਨ ਆਇਆ, ਕਿ ਇਸੇ 'ਚ ਪੁੱਛ ਲਿਆ ਕਿ ਕਦੋਂ ਲਾਂਚ ਹੋਇਆ, ਠੀਕ ਹੈ, ਕਿਹਨਾਂ ਨੂੰ ਦਿੱਤਾ ਜਾਂਦਾ ਹੈ, ਜਾਂ ਫਿਰ ਕਿਹਨੂੰ ਮਿਲਿਆ ਸੀ ਸਭ ਤੋਂ ਪਹਿਲਾਂ। ਸੋ ਮਤਲਬ ਅਵਾਰਡਸ ਉੱਪਰ ਬਹੁਤ ਕੁਐਸਚਨ ਪੁੱਛਦੇ ਆ। ਜਾਂ ਫਿਰ ਕੋਈ ਵੀ ਰੀਸੈਂਟ ਬੁੱਕ ਨਿਊਜ਼ 'ਚ ਜਾਂ ਕਿਸੇ ਦੀ ਆਟੋਬਾਇਓਗ੍ਰਾਫੀ, ਜਿਹੜੇ ਇੰਪੋਰਟੈਂਟ ਲੀਡਰਸ ਨੇ ਉਹ ਵੀ ਤੁਸੀਂ ਦੇਖਿਓ, ਓਕੇ। ਸੋ ਕਰੰਟ ਅਫੇਅਰ 'ਚ ਜਨਰਲੀ ਤਾਂ ਇਹ ਚੀਜ਼ਾਂ ਹੀ ਪੁੱਛੀਆਂ ਜਾਂਦੀਆਂ ਨੇ, ਬਾਕੀ ਕੋਈ ਹੋਰ ਟੌਪਿਕ ਜਿਹੜਾ ਬਹੁਤ ਜ਼ਿਆਦਾ ਨਿਊਜ਼ 'ਚ ਰਿਹਾ ਹੋਵੇ ਉਹ ਦੇਖਣਾ ਤੁਸੀਂ, ਓਕੇ। ਮੇਨ ਮੈਂ ਤੁਹਾਨੂੰ ਦੱਸਦਾ, ਜਿਵੇਂ ਗਵਰਨਮੈਂਟ ਨਾਲ ਰਿਲੇਟਡ ਹੋ ਗਿਆ ਕੋਈ ਵੀ ਚੀਜ਼, ਓਕੇ। ਸੋ ਸਪੋਰਟਸ ਦੇ ਵਿੱਚ ਜਿਵੇਂ ਫੀਫਾ ਬਹੁਤ ਜ਼ਿਆਦਾ ਨਿਊਜ਼ 'ਚ ਰਿਹਾ ਸੀ ਇੰਡੀਆ ਦੇ ਵਿੱਚ, ਫੀਫਾ ਨੇ ਅੰਡਰ-17 ਵਿਮਨ ਵਰਲਡ ਕੱਪ ਕਰਨਾ ਸੀ, ਬਟ ਉਹ ਪਹਿਲਾਂ ਉਹਨਾਂ ਨੇ ਕਹਿਤਾ ਕਿ ਅਸੀਂ ਨਹੀਂ ਕਰਾਂਗੇ। ਉਹ ਤੋਂ ਬਾਅਦ ਫਿਰ ਉੜੀਸਾ ਦੇ ਵਿੱਚ ਹੋਇਆ, ਸੋ ਨਿਊਜ਼ 'ਚ ਰਿਹਾ ਸੀ, ਉਹਦੇ ਉੱਪਰ ਕੁਐਸਚਨ ਆਇਆ ਸੀ,
ओके हुण रीसेंटली अगर आप गल करिए अवार्ड्स की, अवार्ड दे विच जिवें नोबल प्राइज़ दिते गए हैं, तो पूरी पॉसिबिलिटी है कि आने वाले एग्जाम्स च तुहानूं नोबल प्राइज़ उपर कोई ना कोई क्वेश्चन देखने को मिलूगा ही मिलूगा। ओके सो ये हो गया अपने पूरे करंट अफेयर। ਉਹ ਤੋਂ ਬਾਅਦ ਹੁਣ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਅਗਰ ਆਪਾਂ ਸਟੈਟਿਕ ਪਾਰਟ ਦੀ ਗੱਲ ਕਰੀਏ ਤਾਂ ਸਟੈਟਿਕ ਦੇ ਵਿੱਚ ਜਿਵੇਂ ਕੁਝ ਟੌਪਿਕਸ ਬਹੁਤ ਨਿਊਜ਼ 'ਚ ਰਹੇ, ਜਿਵੇਂ ਸਭ ਤੋਂ ਪਹਿਲਾਂ ਆਪਾਂ ਪੋਲਿਟੀ ਦੀ ਗੱਲ ਕਰਦੇ ਹਾਂ। ਓਕੇ ਸੋ ਦੇਖੋ ਪੋਲਿਟੀ ਦੇ ਵਿੱਚ ਉਹੀ ਸਭ ਜਿਵੇਂ ਬੇਸਿਕਸ ਕਰਨੇ ਆ ਤੁਸੀਂ ਸਾਰੇ, ठीक है, जिमें इस प्रियंबल आ गई, कॉन्स्टिट्यूशन के बेसिक्स कि कॉन्स्टिट्यूशन चो केड़ी चीज़ कित्थों लिती गई है, प्रियंबल दी बेसिक्स जिहड़े ने, ठीक है, या फिर जिहड़े इंपॉर्टेंट आर्टिकल्स है। देखो आर्टिकल्स नूं लैके ना स्टूडेंट्स पूछते रहते हैं कि आर्टिकल सारे पढ़ने हैं, सारे नहीं पढ़ने, जस्ट मेन, ठीक है। फंडामेंटल राइट्स हो गए, फंडामेंटल ड्यूटीज़ हो गए, कुछ आर्टिकल्स बहुत इंपॉर्टेंट होंगे, आपां नूं पढ़ के पता लग जाता है कि इंपॉर्टेंट है, बस वो करने हैं तुसीं, ठीक है। कॉन्स्टिट्यूशन के अलग अलग पार्ट्स किहड़ा पार्ट किहदे नाल रिलेटेड है, थोड़ा जिहा उहदे बारे देख लिओ। ओके सो तुसीं बेसिक्स करने ने। उस तो इलावा एक स्टेट्स के उपर पूछते हैं, जिवें स्टेट्स रीऑर्गेनाइजेशन वाला टॉपिक है ना एक, उहदे विच तुहानूं जिवें पता होना चाहिए, थोड़ा जिहा आइडिया होना चाहिए, मतलब कि किहड़ी स्टेट कदों बनी सी। ओके उस तो बाद नैक्सट गल करिए फंडामेंटल राइट्स हो गया, फंडामेंटल ड्यूटीज़ हो गया, या डायरैक्टिव प्रिंसीपल्स ऑफ स्टेट पॉलिसी हो गया। ये जनरली आर्टिकल्स देख लियो, तो किहड़ा आर्टिकल किहदे नाल रिलेटेड है वो देख लियो। ये जो अमेंडमेंट्स होई होईयां ने ते कॉन्स्टिट्यूशन के किहड़े पार्ट च ने ये वो देख लियो, बिकॉज रिसेंटली फंडामेंटल ड्यूटीज़ उपर आया सी भी वो कॉन्स्टिट्यूशन के किहड़े पार्ट च है। सो फंडामेंटल राइट्स ते डायरैक्टिव प्रिंसीपल ऑफ स्टेट पॉलिसी ते भी तुहानूं आ सकदा है। ओके उस तो बाद नैक्सट कोई भी इंपॉर्टेंट अमेंडमेंट हुई होवे, एमरजेंसी कंडीशनस किहड़े होंदियां ने, ठीक है, बस जस्ट उसदा जर्नल जिहा देख लियो, ज़्यादा डीप जाने की जरूरत नहीं है। और तो बाद नैक्सट अगर आप गल करिए जिहड़ा एग्जीक्यूटिव वाला पार्ट है, ये बहुत इंपॉर्टेंट है। रिसेंटली प्रेजिडेंट नूं चुनिया गया सी नवें, ठीक है, वाइस प्रेजिडेंट नूं चुनिया गया सी, तो उन्हां उपर क्वेश्चन आना लाजमी सी, तुहानूं भी आ सकदा है, ठीक है। सो एग्जीक्यूटिव बहुत इंपॉर्टेंट है, स्पैशली प्रेजिडेंट, वाइस प्रेजिडेंट, ठीक है, प्राइम मिनिस्टर, इन्हां दे बारे तां तुसीं अच्छे तरीके नाल देखना ही देखना है। उस तो इलावा गल करिए काउंसिल ऑफ मिनिस्टर्स हो गए, स्टेट दे विच आ जाए चीफ मिनिस्टर हो गया, गवर्नर हो गया। सो इनू एक बार देखियो पोर्शन नूं। और तो बाद अगर आप लैगिसलेटिव ऑर्गन की गल करिए तो लैगिसलेटिव ऑर्गन दे विच पार्लीमेंट आ गया। पार्लीमेंट की बेसिक इंपॉर्टेंट चीज़ां जिहड़ियां ने लोक सभा बारे, राज्य सभा बारे, ठीक है। पार्लीमेंट दे विच कौन कौन हुंदा है, जिवें एक प्रेजिडेंट भी पार्ट है पार्लीमेंट दा, राज्य सभा, लोक सभा, ठीक है। सो बेसिक चीज़ां जरूर देखियो। उस तो इलावा जिमें स्टेट लैगिसलेटिव काउंसिल ते स्टेट लैगिसलेटिव असैंबली, ये भी देख लियो भी किहड़ी स्टेट दे विच दोनों हुंदी है, लैगिसलेटिव असैंबली ते काउंसिल किहदे विच नहीं हुंदे, ठीक है, दोनों चीज़ां। सो ये तुसीं देखना है। उस तो बाद नैक्सट अगर आप जुडिशरी की गल करिए, देखो जुडिशरी के उपर कुछ खास क्वेश्चन देखने को नहीं मिले, एग्जीक्यूटिव ते लैगिसलेचर च बहुत आ रहे हैं, बट तुहानूं आ सकते हैं जुडिशरी जिवें सुप्रीम कोर्ट के बारे देखना है, हाई कोर्ट के बारे देखना है, बेसिक चीज़ां देखनियां। उस तो इलावा कुछ होर इंपॉर्टेंट ऑफिसिस हैं, जिवें कैग हो गया, एटॉर्नी जनरल हो गया, बहुत इंपॉर्टेंट है, इन्हूं बिल्कुल ना छड्डियो, तां मैं अलग तो लिखे ने, करने ही करने हैं। उस तो बाद नैक्सट नीति आयोग, ठीक है जी, इस बार भी पेपर च आया सी, मैं हर बार बोलती हूँ कि करना है तो करना है, पेपर च आंदा है। उस तो बाद फाइनांस कमीशन है जिहड़ा, ठीक है, उहदे बारे देखियो। नैक्सट पंचायती राज ते म्यूनसिपैलिटी, ठीक है। अगर तुसी ये सारा भी कर लेना जिहड़ा मैं तुहानूं दस्सिया तां पॉलिटी दा तुहाडा तकरीबन 95 to 97% कवर है। उस तो बाद देखो छोटे मोटे टॉपिक्स बचते हैं, अगर वो टाइम हैगा तो पढ़ लियो, नहीं हैगा तो इस वेले तो करना ही है। ओके उस तो बाद हुण नैक्सट आपां सबजैक्ट ते आने हैं हिस्टरी ते। हिस्टरी च भी बेसिकली मैं मॉडर्न हिस्टरी लिखना चाहनी हूँ, बिकॉज उस च ही पुछदे हैं, बहुत घट चांस है कि हिस्टरी के एंशिएंट ते मैडिवल चो क्वेश्चन पुछन। हुण एक अद्धे क्वेश्चन के लिए तुसीं सारा तो पढ़न नहीं बैठोगे, तो चंगा अपनी एनर्जी इत्थे लगाओ। देखो मॉडर्न हिस्टरी दे विच तुसीं सारा कुछ पढ़ना है। अंग्रेज जदों आए बेसिकली वो सारा, ठीक है, अंग्रेज जदों आए उन्होंने आपस च किहड़ी बैटल लड़ियां, पहला अलग अलग यूरोपीयन पावर्स सीगियां, जिवें फ्रेंच ते इंग्लैंड दे विच किहड़ी लड़ाई हुई, मतलब सॉरी इंग्लिश दे विच किहड़ी लड़ाई हुई, ठीक है, मतलब वो सारा तुसीं पढ़ना भी किहड़ी वॉर्स होईयां, किहड़ी ट्रीटीज़ होईयां। उस तो बाद अपने कोल जिवें बैटल ऑफ प्लासी होगी, ठीक है जी, बक्सर होगी। उस तो बाद क्योंकि बैटल ऑफ प्लासी ते बक्सर बहुत इंपॉर्टेंट है, पेपर च क्वेश्चन आते हैं,
ठीक है। ਉਹ ਤੋਂ ਬਾਅਦ ਜਿਹੜੇ ਅੰਗਰੇਜ਼ ਸੀ ਉਹ ਕਿਹੜੇ ਕਿਹੜੇ ਰਿਫਾਰਮਸ ਲੈ ਕੇ ਆਏ, ਕਿਹੜਾ ਗਵਰਨਰ ਜਨਰਲ ਸੀ, ਉਹਦੇ ਟਾਈਮ ਤੇ ਕੀ ਕੁਝ ਹੋਇਆ, ਉਹ ਸਾਰਾ। ਉਹ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ 1857 ਦਾ ਰਿਵੋਲਟ ਹੋਇਆ, ਹਜੇ ਤੱਕ 1857 ਦੇ ਉੱਪਰ ਕੋਈ ਖਾਸ ਕੁਐਸਚਨ ਦੇਖਣ ਨੂੰ ਨਹੀਂ ਮਿਲਿਆ, ਬਟ ਬੇਸਿਕਸ ਪੜ੍ਹ ਲਿਓ, ਠੀਕ ਹੈ। ਉਹ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ ਪਾਰਟੀਸ਼ਨ ਹੋਈ ਬੰਗਾਲ ਦੀ, ਠੀਕ ਹੈ। ਪਾਰਟੀਸ਼ਨ ਤੋਂ ਬਾਅਦ ਕੀ ਕੁਝ ਹੋਇਆ, ਕਿਹੜੀ ਕਿਹੜੀ ਮੂਵਮੈਂਟਸ ਚਲਾਈਆਂ ਗਈਆਂ, ਪਾਰਟੀਸ਼ਨ ਤੋਂ ਲੈ ਕੇ ਇੰਡੀਆ ਜਦ ਤੱਕ ਆਜ਼ਾਦ ਹੋਇਆ ਉਹਦੇ ਵਿੱਚ ਜਿਹੜੀ ਜਿਹੜੀ ਮੂਵਮੈਂਟਸ ਆਉਂਦੀਆਂ ਨੇ, ठीक है। स्वदेशी मूवमेंट होगी या फिर क्विट इंडिया मूवमेंट होगी, नॉन कॉपरेशन मूवमेंट होगी, कैबिनेट मिशन होया, साइमन कमीशन आया, ठीक है। वो सारा पढ़ना तुसी, बहुत इंपॉर्टेंट है, उस तो कुछ नहीं छड्डना। उस तो इलावा देखो INC दे ਜਿਹੜੇ ਸੈਸ਼ਨਸ ਹੈ ਇੰਡੀਅਨ ਨੈਸ਼ਨਲ ਕਾਂਗਰਸ ਦੇ, ਜਾਂ ਫਿਰ ਉਹ ਤੋਂ ਤੁਹਾਨੂੰ ਮੈਂ ਦੱਸਦਾ ਵੀ ਕਿਹੜੇ ਗਵਰਨਰ ਜਨਰਲ ਦੇ ਟਾਈਮ 'ਚ ਕੀ ਕੁਝ ਹੋਇਆ, ਉਹ ਪੜ੍ਹਨਾ, ਬਿਕੋਜ਼ ਪੁੱਛ ਲੈਂਦੇ ਆ ਵੀ ਜਦੋਂ ਇਹ ਚੀਜ਼ ਹੋਈ ਤਾਂ ਕਿਹੜਾ ਗਵਰਨਰ ਜਨਰਲ ਸੀਗਾ, ਠੀਕ ਹੈ। ਇੱਕ ਨਾ PSSB ਦੇ ਵਿੱਚ ਮਹਾਤਮਾ ਗਾਂਧੀ ਜੀ ਜਿਹੜੀ ਮੂਵਮੈਂਟਸ 'ਚ ਇਨਵੋਲਵ ਸੀਗੇ, ਜਿਵੇਂ ਇਹਨਾਂ ਨੇ ਸੱਤਿਆਗ੍ਰਹਿ ਚਲਾਏ, ਸਾਲ ਸੱਤਿਆਗ੍ਰਹਿ ਹੋ ਗਿਆ, ਠੀਕ ਹੈ, ਉਹਦੇ ਬਾਰੇ ਬਹੁਤ ਪੁੱਛਦੇ ਆ। ਸੋ ਉਹ ਮੂਵਮੈਂਟਸ ਅੱਛੇ ਤਰੀਕੇ ਨਾਲ ਕਰਿਓ। ਉਹ ਤੋਂ ਬਾਅਦ ਆਪਣੇ ਕੋਲ ਜਿੰਨੇ ਵੀ ਐਕਟਸ ਹੈ ਉਹ पढ़ने, एक्ट ऑफ 1773, ठीक है, 1947 वाला, मतलब सब देखना तुसी, इस कुछ नहीं छड्डना हैगा। इंपॉर्टेंट लीडर्स नाल जो जो चीज़ां उन्होंने लाइफ नाल रिलेटेड है, कोई उन्होंने बुक्स लिखी हुई हैं, वो सब देखना है। मूवमेंट्स केड़े केड़े लीडर ने चलाई केड़ी, वो सारा कुछ, ओके। सो ये पूरा करना तुसी। और तो बाद नैक्सट देखो, नैक्सट स्टैटिक दे विच जिहड़ा अपना इंपॉर्टेंट पार्ट आंदा है, वो आंदा है इकनॉमिक्स का। इकनॉमिक्स ਦੇ ਵਿੱਚ ਦੇਖੋ ਜ਼ਿਆਦਾਤਰ ਨਾ ਬੇਸਿਕਸ ਪੁੱਛ ਰਹੇ ਨੇ ਮੈਕਰੋ ਇਕਨੋਮਿਕਸ ਤੇ, ਠੀਕ ਹੈ। ਇੱਕ ਬੈਂਕਿੰਗ ਉੱਪਰ ਬਹੁਤ ਕੁਐਸਚਨਸ ਆ ਰਹੇ ਨੇ, ਸੋ ਬੈਂਕਿੰਗ ਨੂੰ ਅੱਛੇ ਤਰੀਕੇ ਨਾਲ ਕਰਿਓ। ਜਿਵੇਂ RBI ਆ ਗਿਆ, ਪਹਿਲਾ ਬੈਂਕ ਕਿਹੜਾ ਸੀਗਾ, ਉਹ ਸਾਰਾ ਹਿਸਟਰੀ ਆਫ ਬੈਂਕਿੰਗ, ਮਤਲਬ ਉਹ ਸਾਰਾ ਕੁਝ ਕਰਨਾ ਤੁਸੀਂ, ਠੀਕ ਹੈ, ਬਿਕੋਜ਼ ਬਹੁਤ ਆ ਰਹੇ ਆ। ਇਸ ਤੋਂ ਇਲਾਵਾ ਜਿਵੇਂ ਸੈਕਟਰਸ ਹੈ ਜਿਹੜੇ, ਉਹ ਕਰ ਲਿਓ, ਓਕੇ। ਦੈਨ ਉਹ ਤੋਂ ਬਾਅਦ ਟਾਈਪਸ ਆਫ ਰੈਵੋਲੂਸ਼ਨਸ ਕਿਹੜੀਆਂ ਕਿਹੜੀਆਂ ਨੇ, ਦੈਨ 5 ਈਅਰ ਪਲਾਨ ਹੈ ਜਿਹੜੇ, ਉਹਨਾਂ ਬਾਰੇ ਪੜ੍ਹ ਲਿਓ, ਠੀਕ ਹੈ ਜੀ। ਸੋ ਬੇਸਿਕਲੀ ਮੈਕਰੋ ਇਕਨੋਮਿਕਸ ਦੇ ਵਿੱਚ ਜਿਹੜੇ ਜਿਹੜੇ ਟੌਪਿਕਸ ਹੈ ਨਾ, ਜਿਵੇਂ ਟਾਈਪ ਆਫ ਟੈਕਸਿਸ ਹੋ ਗਏ, ਠੀਕ ਹੈ ਜੀ। ਉਹ ਤੋਂ ਬਾਅਦ FDI ਵਗੈਰਾ ਹੋ ਗਿਆ, ਸੋ ਇਹ ਸਭ ਤੁਸੀਂ ਦੇਖਣਾ ਹੈ ਇਕਨੋਮਿਕਸ ਦੇ ਵਿੱਚ। ਉਹ ਤੋਂ ਬਾਅਦ ਨੈਕਸਟ ਅਗਰ ਆਪਾਂ ਗੱਲ ਕਰੀਏ ਸਟੈਟਿਕ 'ਚ ਜੋ ਆ ਰਿਹਾ, ਉਹ ਆ ਰਿਹਾ ਇਨਵਾਇਰਮੈਂਟ ਦਾ ਤੇ ਸਾਇੰਸ ਦਾ ਵੀ। ਇਨਵਾਇਰਮੈਂਟ ਦੇ ਵਿੱਚ ਤਾਂ ਦੇਖੋ ਬੇਸਿਕਸ ਪੁੱਛ ਰਹੇ ਨੇ, ਆਈ ਥਿੰਕ 9th ਔਰ 10th 'ਚ ਵੀ ਇਨਵਾਇਰਮੈਂਟ ਦਾ ਆਪਾਂ ਕੁਝ ਸੈਕਸ਼ਨ ਪੜ੍ਹਦੇ ਆ ਨਾ, ਸੋ ਉਹ ਪੜ੍ਹ ਲਿਓ। ਬਸ ਬੇਸਿਕ ਟਰਮਸ ਪੁੱਛ ਰਹੇ ਨੇ, ਠੀਕ ਹੈ, ਕੋਈ ਜ਼ਿਆਦਾ ਨਹੀਂ ਆ ਰਿਹਾ। ਇਨਵਾਇਰਮੈਂਟ ਦੇ ਵਿੱਚ ਜ਼ਿਆਦਾਤਰ ਗੈਸਿਸ ਬਾਰੇ ਕੁਐਸਚਨ ਆ ਰਹੇ ਨੇ, ਚਾਹੇ ਉਹ ਐਟਮੋਸਫੇਰਿਕ ਗੈਸਿਸ ਹੈ ਜਾਂ ਕੋਈ ਹੋਰ ਗੈਸਿਸ ਹੈ। ਸੋ ਗੈਸਿਸ ਉੱਪਰ ਤੁਹਾਨੂੰ ਕਿਤੋਂ ਵੀ ਕੋਈ ਕੁਐਸਚਨ ਮਿਲਦਾ ਉਹਨੂੰ ਦੇਖ ਲਿਓ, ਠੀਕ ਹੈ। ਜਾਂ ਫਿਰ ਨੈਸ਼ਨਲ ਪਾਰਕਸ ਉੱਪਰ ਕੁਐਸਚਨ ਆ ਰਹੇ ਨੇ, ਓਕੇ। ਕਿਹੜਾ ਨੈਸ਼ਨਲ ਪਾਰਕ ਕਿੱਥੇ ਹੈ ਤੇ ਉਹਦੇ ਬਾਰੇ ਥੋੜੀ ਬੇਸਿਕ ਡਿਟੇਲਸ ਦੇਖ ਲਿਓ, ਓਕੇ। ਸੋ ਇਨਵਾਇਰਮੈਂਟ ਤੁਸੀਂ ਜਰਨਲੀ ਇਹ ਚੀਜ਼ਾਂ ਕਰਨੀਆਂ, ਤੇ ਥੋੜਾ ਜਿਹਾ ਮੇਰੇ ਵੱਲੋਂ ਤੁਹਾਨੂੰ ਐਡਵਾਈਸ ਰਹੂਗੀ ਕਿ ਜਿਹੜੀ ਇਨਵਾਇਰਮੈਂਟ ਦੀ ਕਨਵੈਨਸ਼ਨਸ ਨੇ ਨਾ ਇੰਪੋਰਟੈਂਟ, ਉਹਦੇ ਬਾਰੇ ਥੋੜਾ ਦੇਖ ਲਿਓ, ਓਕੇ। ਉਸ ਤੋਂ ਇਲਾਵਾ ਆਪਾਂ ਇੱਥੇ ਗੱਲ ਕਰਦੇ ਹਾਂ ਸਾਇੰਸ ਦੀ। ਸਾਇੰਸ ਦੇ ਵਿੱਚ ਦੇਖੋ ਡਿਜ਼ੀਜ਼ ਉੱਪਰ ਬਹੁਤ ਆ ਰਹੇ ਕੁਐਸਚਨ, ਠੀਕ ਹੈ ਜੀ। ਉਸ ਤੋਂ ਇਲਾਵਾ ਬੋਡੀ ਦੇ ਉੱਪਰ ਆ ਰਹੇ ਨੇ, ਜਿਵੇਂ ਹਿਊਮਨ ਦੇ ਵਿੱਚ ਅਲੱਗ-ਅਲੱਗ ਸਿਸਟਮਸ ਹੁੰਦੇ ਆ ਨਾ, ਆਪਣੇ ਡਾਈਜੈਸਟਿਵ ਸਿਸਟਮ, ਐਕਸਕ੍ਰੀਟਰੀ ਸਿਸਟਮ, ਠੀਕ ਹੈ, ਸੋ ਉਹਦੇ ਬਾਰੇ ਪੁੱਛਿਆ ਜਾ ਰਿਹਾ। ਉਸ ਤੋਂ ਇਲਾਵਾ ਬਲੱਡ ਨੂੰ ਲੈ ਕੇ, ਬਲੱਡ ਦੇ ਵਿੱਚ ਕਿਹੜੇ ਕਿਹੜੇ ਮਤਲਬ ਪਲੇਟਲੈਟਸ ਹੁੰਦੇ ਆ, RBCs ਹੁੰਦੇ ਆ, WBCs ਹੁੰਦੇ ਆ, ਉਹ ਸਭ ਚੀਜ਼ਾਂ। ਤੇ ਆਈ ਥਿੰਕ ਰੀਸੈਂਟਲੀ ਆਇਆ ਸੀਗਾ ਇੱਕ ਬਲੱਡ ਪ੍ਰੈਸ਼ਰ ਨੂੰ ਲੈ ਕੇ, ਵੀ ਕਿਹੜੀ ਸਟੇਟ ਨੂੰ ਆਪਾਂ ਕਹਿੰਦੇ ਆ ਵੀ ਜ਼ਿਆਦਾ ਬਲੱਡ ਪ੍ਰੈਸ਼ਰ ਵੱਧ ਗਿਆ ਉਹਨੂੰ ਕੀ ਕਹਿੰਦੇ ਆ, ਘਟ ਗਿਆ ਉਹਨੂੰ ਕੀ ਕਹਿੰਦੇ ਆ। ਸੋ ਬੇਸਿਕ ਟਰਮਸ ਆ ਰਹੀਆਂ ਨੇ ਸਾਇੰਸ ਦੇ ਵਿੱਚ, ਸੋ ਇਹਨਾਂ ਨੂੰ ਤੁਸੀਂ ਜ਼ਰੂਰ ਕਰਿਓ, ਓਕੇ। ਉਸ ਤੋਂ ਇਲਾਵਾ ਨੈਕਸਟ ਹੁਣ ਆਪਾਂ ਦੇਖਦੇ ਹਾਂ ਇਨਵਾਇਰਮੈਂਟ ਦਾ ਪੋਰਸ਼ਨ ਹੋ ਗਿਆ, ਪੋਲਿਟੀ ਦਾ ਹੋ ਗਿਆ, ਇਕਨੋਮਿਕਸ ਦਾ ਹੋ ਗਿਆ, ਸਾਇੰਸ ਦਾ ਹੋ ਗਿਆ, ਠੀਕ ਹੈ। ਹੁਣ ਆਪਾਂ ਪੰਜਾਬ GK ਦਾ ਚਲੋ ਬਾਅਦ 'ਚ ਪੜਾਂਗੇ। ਸੋ ਹੁਣ ਥੋੜਾ ਨੈਕਸਟ ਮੂਵ ਕਰਦੇ ਹਾਂ, ਕਰੰਟ ਅਫੇਅਰ ਵੀ ਮੈਂ ਤੁਹਾਨੂੰ ਦੱਸਦੇ। ਸੋ ਹੁਣ ਮੈਂ ਤੁਹਾਨੂੰ ਇੱਕ ਚੀਜ਼ ਹੋਰ ਇੰਪੋਰਟੈਂਟ ਦੱਸਣਾ ਚਾਹੁੰਦੀ ਹਾਂ, ਅਗਰ ਤੁਸੀਂ ਇੱਕ ਜਗ੍ਹਾ ਤੋਂ ਪੂਰੀ ਤਿਆਰੀ ਕਰਨਾ ਚਾਹੁੰਦੇ ਹੋ ਤਾਂ PSSB ਦਾ ਜਿਹੜਾ ਆਨਲਾਈਨ ਕੋਰਸ ਹੈ, ਇਹ ਬੇਸਿਕਲੀ ਕੰਬਾਈਨ ਕੋਰਸ ਹੈ PSSB ਦੇ ਸਾਰੇ ਐਗਜ਼ਾਮਸ ਦੇ ਲਈ, ਠੀਕ ਹੈ, ਅਵੇਲੇਬਲ ਹੈ। ਤੁਸੀਂ ਇਹਦੀ ਡਿਟੇਲਸ ਲੈ ਸਕਦੇ ਹੋ 8054070091। ਇਹਦੇ ਵਿੱਚ ਸਾਰਾ ਕੁਝ ਕਵਰ ਕਰਵਾਇਆ ਗਿਆ, ਹਰ ਇੱਕ ਸਬਜੈਕਟ, GK, ਪੰਜਾਬ GK, ਕਰੰਟ ਅਫੇਅਰ ਹੋ ਗਏ, ਪੰਜਾਬੀ ਹੋ ਗਈ, ਇੰਗਲਿਸ਼ ਹੋ ਗਈ, ਮੈਥਸ ਹੋ ਗਈ, ਰੀਜ਼ਨਿੰਗ ਹੋ ਗਈ, ਕੰਪਿਊਟਰ ਹੋ ਗਿਆ, ਸਭ ਕੁਝ ਕਵਰ ਹੈ। ਸੋ ਤੁਸੀਂ ਇਹ ਬਿਲਕੁਲ ਨੋਮੀਨਲ ਚਾਰजेस ਹੈ ਕੋਰਸ ਤੇ, ਓਕੇ। ਸੋ ਤੁਸੀਂ ਇਹਦੀ ਡਿਟੇਲਸ ਲੈ ਸਕਦੇ ਹੋ ਤੇ ਇੱਕ ਜਗ੍ਹਾ ਤੇ ਤੁਹਾਡਾ ਸਾਰਾ ਕਵਰ ਹੋ ਜਾਊਗਾ, ਓਕੇ। ਸੋ ਤੁਸੀਂ ਇਹਦੇ ਡਿਟੇਲਸ ਲੈ ਸਕਦੇ ਹੋ ਤੇ ਤੁਹਾਡਾ ਇਹਦੇ ਨਾਲ ਇੱਕ ਜਗ੍ਹਾ ਤੇ ਸਾਰਾ ਕੁਝ ਕਵਰ ਹੋ ਜਾਊਗਾ, ਓਕੇ। ਸੋ
ਨੈਕਸਟ ਹੁਣ ਆਪਾਂ ਆਉਂਦੇ ਹਾਂ ਐਕਸਾਈਜ਼ ਤੇ ਕਲਰਕ ਦੇ ਵਿੱਚ। ਦੇਖੋ ਲੌਜੀਕਲ ਰੀਜ਼ਨਿੰਗ ਤੇ ਮੈਂਟਲ ਐਬਿਲਿਟੀ ਹੈ ਜਿਹੜੀ ਉਹ 30 ਕੁਐਸਚਨਸ ਆਣੇ ਨੇ, ਠੀਕ ਹੈ ਜੀ। ਹੁਣ ਇਹਦੇ ਵਿੱਚ ਦੇਖੋ ਅਗਰ ਆਪਾਂ ਗੱਲ ਕਰੀਏ ਤਾਂ ਕੋਈ ਵੀ ਟੌਪਿਕ ਨਹੀਂ ਛੱਡਣਾ। ਪਹਿਲੀ ਗੱਲ ਜਿਹੜਾ ਵਰਬਲ ਰੀਜ਼ਨਿੰਗ 'ਚ ਹੈ, ਕੋਡਿੰਗ ਡਿਕੋਡਿੰਗ ਹੋ ਗਿਆ, ਐਨਾਲੌਗ ਹੋ ਗਿਆ, ਕਲਾਸੀਫਿਕੇਸ਼ਨ ਹੋ ਗਿਆ, ਸੀਰੀਜ਼ ਹੋ ਗਿਆ, ਡਾਇਰੈਕਸ਼ਨ ਸੈਂਸ ਹੋ ਗਿਆ, ਦੈਨ ਰਿਲੇਸ਼ਨਸ ਮੀਨਸ ਬਲੱਡ ਰਿਲੇਸ਼ਨ ਹੋ ਗਏ, ਉਹ ਤੋਂ ਬਾਅਦ ਮੈਥਮੈਟੀਕਲ ਆਪਰੇਸ਼ਨ ਹੋ ਗਏ, ਟਾਈਮ ਟੈਸਟ ਦੇ ਵਿੱਚ ਜਿਵੇਂ ਦਿੱਤਾ ਹੁੰਦਾ ਕਿ ਕਿਸੇ ਬੰਦੇ ਨੂੰ ਯਾਦ ਹੈ ਕਿ ਉਹਦਾ ਬਰਥਡੇ ਇਹ ਡੇਟ ਦੇ ਵਿੱਚ ਹੈ, ਦੂਸਰੇ ਬੰਦੇ ਨੂੰ ਯਾਦ ਹੈ ਇਹ ਡੇਟ ਦੇ ਵਿੱਚ ਹੈ, ਸੋ ਕਾਮਨ ਡੇਟ ਦੇ ਕੇ ਨਾ ਉਹਦਾ ਬਰਥਡੇ ਦੱਸਣਾ ਹੁੰਦਾ ਹੈ। ਐਸੇ ਕੁਐਸਚਨਸ ਆਉਂਦੇ ਆ, ਠੀਕ ਹੈ। ਔਡ ਮੈਨ ਆਊਟ ਪ੍ਰੋਬਲਮਸ ਹੋ ਗਿਆ। ਤੇ ਇਸ ਤੋਂ ਇਲਾਵਾ ਇੱਕ ਰੈਂਕਿੰਗ ਵੀ ਇਹਦੇ ਵਿੱਚ ਐਡ ਕਰ ਲਿਓ, ਉਹ ਵੀ ਤੁਸੀਂ ਕਰਨਾ ਹੈ ਬਿਕੋਜ਼ ਉਸ 'ਚ ਬਹੁਤ ਸਾਰੇ ਕੁਐਸਚਨਸ ਦੇਖਣ ਨੂੰ ਮਿਲੇ ਹੈ। ਕੋਡਿੰਗ ਡਿਕੋਡਿੰਗ, ਡਾਇਰੈਕਸ਼ਨ, ਬਲੱਡ ਰਿਲੇਸ਼ਨ, ਰੈਂਕਿੰਗ, ਸੀਰੀਜ਼, ਇਹ ਤੁਸੀਂ ਸਾਰਾ ਕਰਨਾ ਹੈ, ਕੁਝ ਨਹੀਂ ਛੱਡਣਾ। ਇਹਦੇ ਲਈ ਤੁਸੀਂ RS ਅਗਰਵਾਲ ਵੀ ਫੋਲੋ ਕਰ ਸਕਦੇ ਹੋ। ਓਕੇ, ਉਹ ਤੋਂ ਬਾਅਦ ਨॉन ਵਰਬਲ ਰੀਜ਼ਨਿੰਗ 'ਚ ਕੁਝ ਖਾਸ ਕੁਐਸਚਨਸ ਦੇਖਣ ਨੂੰ ਨਹੀਂ ਮਿਲੇ, ਸੋ ਇਹਦੇ ਵਿੱਚ ਜਸਟ ਥੋੜੀ ਜਿਹੀ ਪ੍ਰੈਕਟਿਸ ਕਰ ਲਿਓ, ਜ਼ਿਆਦਾ ਕੁਝ ਕਰਨ ਦੀ ਜ਼ਰੂਰਤ ਨਹੀਂ ਹੈ। ਤਾਂ ਦੇਖੋ ਨੈਕਸਟ ਆਪਾਂ ਮੈਥਸ ਦੇ ਟੌਪਿਕ ਦੇਖੀਏ। बेसिक न्यूमेरिकल स्किल्स हो गई, परसेंटेज हो गई, नंबर सिस्टम हो गया, LCM HCF हो गया, रेशियो प्रपोर्शन हो गया, नंबर सीरीज हो गया, एवरेज, प्रॉब्लम ऑन एजेस, प्रॉफिट लॉस, पार्टनरशिप, मिक्सचर, देन सिंपल कंपाउंड इंटरेस्ट, वर्क एंड टाइम एंड डिस्टेंस, मैंसुरेशन, डाटा इंटरप्रिटेशन, ये सारा कुछ करना है। ਇਹਦੇ ਵਿੱਚੋਂ ਕੁਝ ਟੌਪਿਕਸ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ, ਜਿਵੇਂ ਮਿਕਸਚਰ ਹੋ ਗਿਆ ਜਾਂ ਫਿਰ ਡਾਟਾ ਇੰਟਰਪ੍ਰੀਟੇਸ਼ਨ ਹੋ ਗਿਆ, ਇਹਦੇ ਵਿੱਚੋਂ ਕੁਐਸਚਨਸ ਖਾਸ ਦੇਖਣ ਨੂੰ ਨਹੀਂ ਮਿਲੇ। ਮੈਂਸੂਰੇਸ਼ਨ ਦੀ ਗੱਲ ਕਰੀਏ, ਬਿਲਕੁਲ ਬੇਸਿਕ ਕੁਐਸਚਨ ਆ ਰਹੇ ਨੇ ਫਾਰਮੂਲਾ ਬੇਸਡ, ਸੋ ਡਰਨਾ ਨਹੀਂ ਹੈਗਾ ਕਿ ਬਹੁਤ ਔਖਾ ਹੈ, ਬੇਸਿਕ ਕੁਐਸਚਨਸ ਕਰੋ ਇਹਦੇ, ਠੀਕ ਹੈ। ਉਹ ਤੋਂ ਬਾਅਦ ਨੰਬਰ ਸਿਸਟਮ 'ਚ ਬਹੁਤ ਸਾਰੇ ਕੁਐਸਚਨਸ ਆ ਰਹੇ ਜਿਵੇਂ ਰਿਮਾਈਂਡਰ ਦੱਸੋ, ਠੀਕ ਹੈ, ਮਤਲਬ ਜਿਹੜੇ ਬੇਸਿਕ ਸਟੇਟਮੈਂਟ ਵਾਲੇ ਕੁਐਸਚਨਸ ਹੁੰਦੇ ਆ ਉਹ ਤੁਸੀਂ ਕਰਨੇ ਨੇ। ਪਰਸੈਂਟੇਜ 'ਚੋਂ ਬਹੁਤ ਆ ਰਹੇ, ਏਜਿਸ ਉੱਪਰ 2 ਜਾਂ 3 ਕੁਐਸਚਨ ਆ ਰਹੇ ਹੈ, ਟਾਈਮ ਵਰਕ ਬਹੁਤ ਇੰਪੋਰਟੈਂਟ ਹੈ, ਉਹਦੇ ਵਿੱਚ ਚੇਨ ਰੂਲ ਤੇ ਕੁਐਸਚਨ ਆ ਰਿਹਾ, ਪਾਈਪ ਸਿਸਟਮ ਤੇ ਕੁਐਸਚਨ ਆ ਰਿਹਾ, ਜਾਂ ਫਿਰ टाइम एंड वर्क ਤੇ ਆ ਰਿਹਾ, ठीक है। टाइम डिस्टेंस भी बहुत इंपॉर्टेंट है बिकॉज ये ट्रेन वाले क्वेश्चंस भी आ रहे हैं, सिंपल क्वेश्चंस भी आ रहे हैं, बोर्ड स्ट्रीम्स वाले क्वेश्चंस भी आ रहे हैं, सो बिल्कुल नहीं छड़ना। ਇਹਦੇ ਲਈ ਤੁਸੀਂ ਰੀਜ਼ਨਿੰਗ ਦੀ RS ਅਗਰਵਾਲ ਕਰੋ, ਇਹਦੇ ਲਈ ਤੁਸੀਂ ਮੈਥਸ ਦੀ RS ਅਗਰਵਾਲ ਕਰੋ ਜਾਂ ਫਿਰ ਕੋਰਸ ਕਰੋ ਜੁਆਇਨ, ਠੀਕ ਹੈ, ਉਹਦੇ ਵਿੱਚ ਸਾਰਾ ਕੁਝ ਕਵਰ ਹੈ। ਓਕੇ, ਸੋ 30 ਮਾਰਕਸ ਆ ਰਹੇ ਆ। ਉਹ ਤੋਂ ਬਾਅਦ ਦੇਖੋ ਵੀਡੀਓ ਦੀ ਗੱਲ ਕਰੀਏ ਤਾਂ ਵੀਡੀਓ ਦੇ ਵਿੱਚ ਬਾਕੀ ਸਾਰਾ ਅਗਰ ਆਪਾਂ ਦੇਖੀਏ 25 ਮਾਰਕਸ ਦੀ ਇਕੱਲੀ ਰੀਜ਼ਨਿੰਗ ਹੈ, ਉਹਦੇ ਵਿੱਚ ਮੈਥ ਤੇ ਰੀਜ਼ਨਿੰਗ 30 ਮਾਰਕਸ ਦੇ ਸੀਗੇ, ਠੀਕ ਹੈ, 30 ਕੁਐਸਚਨ ਸੀ, ਮਤਲਬ ਇਹਦੇ ਵਿੱਚ 25 ਕੁਐਸਚਨ ਤਾਂ ਮੈਥ ਮੈਂਟਲ ਐਬਿਲਿਟੀ ਦੀਆਂ, ਸੌਰੀ ਰੀਜ਼ਨਿੰਗ ਦੇ। ਸੋ ਇਹਦੇ ਵਿੱਚ ਉਹੀ ਹੈ ਕੋਡਿੰਗ ਡਿਕੋਡਿੰਗ, ਐਨਾਲੌਗੀ, ਕਲਾਸੀਫਿਕੇਸ਼ਨ, ਸੀਰੀਜ਼, ਡਾਇਰੈਕਸ਼ਨ, ਬਲੱਡ ਰਿਲੇਸ਼ਨ, ਮੈਥਮੈਟੀਕਲ ਆਪਰੇਸ਼ਨ, ਟਾਈਮ ਟੈਸਟ, ਔਡ ਮੈਨ ਆਊਟ, ਲੌਜੀਕਲ ਵੈਨ ਡਾਇਗਰਾਮ। ਇਹਦੇ ਵਿੱਚ ਜਿਹੜਾ ਚੇਂਜ ਹੈ ਉਹ ਹੈਗਾ ਕਿਊਬ ਐਂਡ ਡਾਈਸਿਸ, ਮਿਰਰ ਇਮੇਜ, ਅਰਥਮੈਟਿਕ ਰੀਜ਼ਨਿੰਗ, ਪਜ਼ਲ, ਠੀਕ ਹੈ। ਉਹਦੇ ਵਿੱਚ ਪਜ਼ਲ ਵਗੈਰਾ ਨਹੀਂ ਸੀ, ਇਸ 'ਚ ਹੈਗੀ ਹੈ। ਸੋ ਇਹਦੇ ਵਿੱਚ ਇਹ ਚੇਂਜਸ ਨੇ ਟੌਪਿਕਸ 'ਚ, ਇਹ ਵੀ ਤੁਸੀਂ RS ਅਗਰਵਾਲ ਤੋਂ ਕਰ ਸਕਦੇ ਹੋ, ਠੀਕ ਹੈ। ਉਹ ਤੋਂ ਬਾਅਦ ਸੀਰੀਜ਼, ਐਨਾਲੌਗੀ, ਕਲਾਸੀਫਿਕੇਸ਼ਨ। ਦੇਖੋ ਜਿਨ੍ਹਾਂ ਦਾ ਵੀਡੀਓ ਦਾ ਐਗਜ਼ਾਮ ਹੈ ਉਹਨਾਂ ਲਈ ਮੈਥਸ ਤੇ ਰੀਜ਼ਨਿੰਗ ਬਹੁਤ ਇੰਪੋਰਟੈਂਟ ਹੈ ਬਿਕੋਜ਼ ਉਹਨਾਂ ਨੇ ਅਲੱਗ-ਅਲੱਗ ਦਿੱਤੇ ਤੇ ਕਾਫੀ ਜ਼ਿਆਦਾ ਸਕੋਰਿੰਗ ਹੈ। ਜਿਵੇਂ ਰੀਜ਼ਨਿੰਗ ਹੀ ਤੁਹਾਡੇ ਲਈ 25 ਮਾਰਕਸ ਦੀ ਹੈ, ਓਕੇ, ਤੇ ਮੈਥਸ ਵੀ 25 ਮਾਰਕਸ ਦਾ, ਯਾਨੀ ਕਿ 50 ਮਾਰਕਸ ਜਿਹੜਾ ਅੱਧਾ ਪੇਪਰ ਹੈ ਤੁਹਾਡਾ ਉਹ ਮੈਥਸ ਤੇ ਰੀਜ਼ਨਿੰਗ ਦਾ ਹੈ। ਸੋ ਤੁਸੀਂ ਮੈਥਸ ਤੇ ਰੀਜ਼ਨਿੰਗ ਦੇ ਵਿੱਚ ਬਿਲਕੁਲ ਰਿਸਕ ਨਹੀਂ ਲੈ ਸਕਦੇ ਜਿਨ੍ਹਾਂ ਦਾ ਵੀਡੀਓ ਦਾ ਐਗਜ਼ਾਮ ਹੈ, ਓਕੇ। ਸੋ ਇਹਨੂੰ ਅੱਛੇ ਤਰੀਕੇ ਨਾਲ ਜ਼ਰੂਰ ਕਵਰ ਕਰੋ। ਉਸ ਤੋਂ ਬਾਅਦ ਅਗਰ ਦੇਖੀਏ ਮੈਥਸ ਦੇ ਵਿੱਚ ਬੇਸਿਕ ਨਿਊਮੈਰੀਕਲ ਸਕਿੱਲ, ਪਰਸੈਂਟੇਜ, ਨੰਬਰ ਸਿਸਟਮ, HCF, LCM, ਰੇਸ਼ੀਓ, ਪ੍ਰਪੋਰਸ਼ਨ, ਨੰਬਰ ਸੀਰੀਜ਼, ਐਵਰੇਜ, ਏਜਿਸ, ਪ੍ਰੋਫਿਟ ਲॉस, ਪਾर्टनरशिप, सिंपल कंपाउंड इंटरेस्ट, वर्क एंड टाइम डिस्टेंस, मैंसुरेशन, डाटा इंटरप्रिटेशन, बोर्ड स्ट्रीम, रेसिस, मिक्सचर। सो सारा ही वही सिलेबस है, RS अग्रवाल बुक चो कर सकते हो या फिर कोर्स चो कर सकते हो, थोड़ी मर्जी, ओके। सो इन्हों बिल्कुल ना छड्डियो, बहुत स्कोरिंग है, हजे थोड़े कोल इनफ टाइम हैगा, अच्छे तो अच्छे तरीके नाल इहदी प्रैक्टिस करो, बिल्कुल भी नंबर नहीं कटवाने तुसी, ओके। सो ਉਹ ਤੋਂ ਬਾਅਦ ਦੇਖੋ ਨੈਕਸਟ ਹੈ ਇੰਗਲਿਸ਼ ਦੀ ਗੱਲ ਕਰੀਏ ਤਾਂ ਇੰਗਲਿਸ਼ ਦੇ ਵਿੱਚ ਦੇਖੋ ਸਿਨੋਨਿਮਸ ਆਉਂਦੇ ਆ, ਐਂਟੋਨਿਮਸ ਆਉਂਦੇ ਆ, ਫਿਲ ਇਨ ਦਾ ਬਲੈਂਕਸ ਆਉਂਦੇ। ਫਿਲ ਇਨ ਦਾ ਬਲੈਂਕ ਜਿਹੜੇ ਨੇ ਵਰਡ ਬੇਸ ਵੀ ਆ ਸਕਦੇ ਆ ਜਾਂ ਫਿਰ ਪ੍ਰੈਪੋਜੀਸ਼ਨ ਭਰੋ, ਐਡਜੈਕਟਿਵ ਭਰੋ, ਆਰਟੀਕਲ ਭਰੋ, ਠੀਕ ਹੈ, ਉਹ ਸਭ ਤਰੀਕੇ ਦੇ। ਉਹ ਤੋਂ ਬਾਅਦ ਸੈਂਟੈਂਸ ਇੰਪਰੂਵਮੈਂਟ ਵਾਲੇ ਕੁਐਸਚਨਸ ਆਉਂਦੇ ਆ, ਉਹਦੇ ਵਿੱਚ ਵੀ ਇਹੀ ਹੈ ਕਿ ਮਿਸਟੇਕ ਦੱਸਣੀ ਹੁੰਦੀ ਹੈ ਕਾਹਦੀ ਹੈ, ਠੀਕ ਹੈ। ਉਹ ਤੋਂ ਬਾਅਦ ਨੈਕਸਟ ਅਗਰ ਆਪਾਂ ਗੱਲ ਕਰੀਏ ਤਾਂ ਤੁਹਾਨੂੰ ਐਕਟਿਵ ਪੈਸਿਵ ਕਰਨੇ ਆ, ਤੁਹਾਨੂੰ ਨਰੇਸ਼ਨਸ ਕਰਨੇ ਆ, ਬਹੁਤ ਇੰਪੋਰਟੈਂਟ ਹੈ, ਆਉਂਦੇ ਹੀ ਆਉਂਦੇ ਆ। ਜਾਂ ਫਿਰ ਜਿਹੜਾ ਰੀਸੈਂਟਲੀ ਐਗਜ਼ਾਮ ਹੋਇਆ ਸੀ ਉਹਦੇ ਵਿੱਚ ਆਪਾਂ ਨੂੰ ਸਿੰਗੂਲਰ ਪਲੂਰਲ ਵੀ ਦੇਖਣ ਨੂੰ ਮਿਲੇ ਕਿ ਕੋਈ ਵਰਡ ਦੇ ਤਾਂ ਉਹਦਾ ਪਲੂਰਲ ਫਾਰਮ ਕੀ ਹੋਊਗੀ, ਸੋ ਐਸੇ ਕੁਐਸਚਨਸ ਵੀ ਤੁਸੀਂ ਤਿਆਰ ਕਰਿਓ, ਓਕੇ। ਉਸ ਤੋਂ ਇਲਾਵਾ ਜਿਹੜਾ ਸਿਲੇਬਸ ਲਿਖਿਆ ਹੈ ਜਿਵੇਂ ਆਪਣੇ ਕੋਲ 1 ਵਰਡ ਹੋ ਗਏ, ਈਡੀਅਮਸ ਹੋ ਗਏ, ਠੀਕ ਹੈ, ਸੋ ਤੁਸੀਂ ਇਹ ਸਾਰਾ ਕਰਨਾ ਹੀ ਕਰਨਾ ਹੈ, ਓਕੇ। ਇੰਗਲਿਸ਼ ਦੇ ਦੇਖੋ ਅੱਛੇ ਬੁੱਕ 'ਚੋਂ ਪ੍ਰੈਕਟਿਸ ਕਰੋ, ਜਿੰਨੀ ਜ਼ਿਆਦਾ ਪ੍ਰੈਕਟਿਸ ਕਰੋਗੇ ਉਨਾ ਜ਼ਿਆਦਾ ਬੈਨੀਫਿਟ ਮਿਲੂਗਾ। ਕੋਈ ਵੀ ਅੱਛੀ ਬੁੱਕ ਤੁਸੀਂ ਫੋਲੋ ਕਰ ਸਕਦੇ ਹੋ ਇੰਗਲਿਸ਼ ਦੇ ਲਈ, ਓਕੇ। ਇਹ ਜਸਟ ਪ੍ਰੈਕਟਿਸ ਦੇ ਉੱਪਰ ਬੇਸਡ ਹੈ। ਐਕਸਾਈਜ਼ ਕਲਰਕ ਨੂੰ 15 ਕੁਐਸਚਨਸ ਆਣੇ ਨੇ, ਤੇ ਅਗਰ ਆਪਾਂ ਗੱਲ ਕਰੀਏ ਵੀਡੀਓ ਵਾਲੇ ਆ ਜਿਹੜੇ, ਉਹਨਾਂ ਲਈ 12 ਕੁਐਸਚਨਸ ਆ ਇਹਦੇ ਵਿੱਚ, ਠੀਕ ਹੈ। ਤੁਸੀਂ ਸਾਰਾ ਪੜ੍ਹਨਾ ਹੈ, ਸਪੈਲ ਚੈੱਕ ਰਹਿ ਗਿਆ ਸੀ ਉਹ ਵੀ ਕਰਨਾ ਹੈ,
ਉਹ ਤੋਂ ਬਾਅਦ ਪੰਜਾਬੀ ਐਕਸਾਈਜ਼ ਤੇ ਕਲਰਕ ਲਈ ਆਣੀ ਹੈ 15 ਕੁਐਸਚਨ। ਇਹਦੇ ਵਿੱਚ ਕੀ ਹੈ ਸ਼ੁੱਧ ਸ਼ੁੱਧ ਸ਼ਬਦ ਜੋੜ ਅਗੇਤਰ ਪਿਛੇਤਰ ਸਮਾਨ ਅਰਥੀ ਵਿਰੋਧੀ ਸ਼ਬਦ। ਦੇਖੋ ਜਿਹੜਾ ਹੈ ਨਾ ਨਾਮ ਪੜਨਾਮ ਕਿਰਿਆ ਦੀ ਕਿਸਮਾਂ ਅਤੇ ਸਹੀ ਵਰਤੋਂ, ਇਹ ਬਹੁਤ ਇੰਪੋਰਟੈਂਟ ਹੈ। ਇਹਦੇ ਵਿੱਚ ਤੁਸੀਂ क्रिया विशेषण वगैरह सारे करने हैं, बिकॉज ਤੁਹਾਨੂੰ ਕਾਲ ਦਾ ਵੀ ਪੁੱਛ ਲੈਂਦੇ ਆ ਵੀ ਸੈਂਟੈਂਸ 'ਚ ਕਿਹੜਾ ਕਾਲ ਹੈ, ਜਾਂ ਫਿਰ ਸੈਂਟੈਂਸ ਪੁੱਛ ਲੈਣਗੇ ਕਿੰਨੀ ਟਾਈਪਸ ਹੁੰਦੇ ਆ। ਸੋ ਜਿਹੜਾ ਬੇਸਿਕ ਹੈ ਪੰਜਾਬੀ ਦਾ ਉਹ ਤੁਸੀਂ ਸਾਰਾ ਪੜ੍ਹਨਾ ਹੈ ਤੇ ਨਾਲ ਆ ਸਾਰਾ ਕੁਝ ਕਰਨਾ, ਅਖਾਣ ਮੁਹਾਵਰੇ ਸਭ ਕੁਝ। ਹਜੇ ਤੱਕ ਜਿਹੜਾ ਅਨੁਵਾਦ ਆ ਉਹਦੇ ਉੱਪਰ ਕੋਈ ਵੀ ਕੁਐਸਚਨ ਦੇਖਣ ਨੂੰ ਨਹੀਂ ਮਿਲਿਆ। ਓਕੇ, ਉਸ ਤੋਂ ਇਲਾਵਾ ਬਾਕੀ ਜਿਹੜੇ ਟੌਪਿਕਸ ਨੇ ਉਸ 'ਚ ਕੁਐਸਚਨਸ ਆ ਰਹੇ ਨੇ, ਬਹੁਤ ਈਜ਼ੀ ਕੁਐਸਚਨ ਆ ਰਹੇ ਆ। ਇਹ ਕੁਐਸਚਨ ਬਹੁਤ ਆ ਰਿਹਾ ਪੇਪਰ ਦੇ ਵਿੱਚ ਕਿ ਨਾਂਵ ਕਿੰਨੀ ਤਰ੍ਹਾਂ ਦੇ ਹੁੰਦੇ ਆ, ਪੜਨਾਂਵ ਕਿੰਨੀ ਤਰ੍ਹਾਂ ਦੇ ਹੁੰਦੇ, ਵਿਸ਼ੇਸ਼ਣ ਕਿੰਨੀ ਤਰ੍ਹਾਂ ਦੇ ਹੈ, ਠੀਕ ਹੈ। ਸੋ ਉਹਦੇ ਬਾਰੇ ਉਹਦੀ ਕਿਸਮ ਕਿਹੜੀ ਯੂਜ਼ ਕੀਤੀ ਗਈ, ਕੋਈ ਵਰਡ ਨੂੰ ਅੰਡਰਲਾਈਨ ਕਰ ਦੇਣਗੇ ਦੱਸੋ, ਜਾਂ ਸੈਂਟੈਂਸ ਦੇ ਵਿੱਚ ਕਿਹੜੀ ਕਿਸਮ ਹੈ, ਐਸੇ ਕੁਐਸਚਨਸ ਬਹੁਤ ਆ ਰਹੇ ਆ। ਓਕੇ, ਉਹ ਤੋਂ ਬਾਅਦ ਅਗੇਤਰ ਪਿਛੇਤਰ ਰਹਿ ਗਏ ਸੀ, ਉਹ ਵੀ ਕਰਨੇ ਆ ਤੁਸੀਂ, ਠੀਕ ਹੈ। ਉਹ ਤੋਂ ਬਾਅਦ ਜਿਹੜੇ ਵੀਡੀਓ ਹੈ ਉਹਨਾਂ ਨੂੰ ਵੀ ਸ਼ੁੱਧ ਸ਼ੁੱਧ ਸ਼ਬਦ ਜੋੜ ਅਗੇਤਰ ਪਿਛੇਤਰ ਸਮਾਨ ਅਰਥੀ, ਦੈਨ ਨਾਮ ਪੜਨਾਮ ਕਿਰਿਆ ਦੀ ਕਿਸਮਾਂ ਤੇ ਸਹੀ ਵਰਤੋਂ, ਲਿੰਗ ਵਚਨ ਹੋ ਗਿਆ, ਪੰਜਾਬੀ ਅਖਾਣ ਮੁਹਾਵਰੇ ਹੋ ਗਿਆ, ਅੰਗਰੇਜ਼ੀ ਤੋਂ ਪੰਜਾਬੀ ਅਨੁਵਾਦ ਹੋ ਗਿਆ, ਬਹੁਤਾ ਸ਼ਬਦਾਂ ਦੀ ਥਾਂ ਇੱਕ ਸ਼ਬਦ ਹੋ ਗਏ। ਸੋ ਤੁਸੀਂ ਸਾਰੇ ਕਰਨੇ ਆ। ਨੈਕਸਟ ਐਕਸਰਸਾਈਜ਼ ਤੇ ਕਲਰਕ ਦੀ ਗੱਲ ਕਰੀਏ, ਜਿਹੜਾ 5th ਤੁਹਾਡਾ ਕੰਪੋਨੈਂਟ ਉਹ ਹੈਗਾ ICT। ਇਹਦੇ ਵਿੱਚ ਬੇਸਿਕਸ ਆਫ ਕੰਪਿਊਟਰ ਆ ਗਏ, ਨੈਟਵਰਕ ਇੰਟਰਨੈਟ ਆ ਗਿਆ, ਯੂਜ਼ ਆਫ ਆਫਿਸ ਪ੍ਰੋਡਕਟਿਵਿਟੀ ਟੂਲਸ ਲਾਈਕ ਵਰਡ, ਸਪਰੈਡਸ਼ੀਟ, ਪਾਵਰ ਪੁਆਇੰਟ। ਇਹਦੇ ਵਿੱਚ ਬੇਸਿਕਸ ਦੇ ਉੱਪਰ ਬਹੁਤ ਕੁਐਸਚਨ ਆ ਰਿਹਾ ਕੰਪਿਊਟਰ ਦੇ, ਜਿਵੇਂ CPU ਬਾਰੇ ਪੁੱਛ ਲਿਆ, ਕੋਈ ਟਰਮ ਦੇਤੀ ਉਹਦੇ ਬਾਰੇ ਪੁੱਛ ਲਿਆ, ਇਨਪੁਟ ਆਊਟਪੁੱਟ ਡਿਵਾਈਸਿਸ ਬਾਰੇ ਪੁੱਛ ਲਿਆ, ਠੀਕ ਹੈ। ਸੋ ਤੁਸੀਂ ਉਹ ਸਾਰਾ ਕਰਨਾ ਹੈ, ਜਾਂ ਫਿਰ ਕੰਪਿਊਟਰ ਦੀ ਕੀ ਫੁੱਲ ਫਾਰਮ ਹੈ, ਉਹਦੇ ਵਿੱਚ ਕੀ ਬੇਸਿਕਸ ਨੇ, ਉਹ ਸਾਰਾ ਦੇਖਣਾ ਹੈ ਕਿ ਕੰਪਿਊਟਰ ਦੀ ਬੇਸਿਕ ਪ੍ਰੋਸੈਸਿੰਗ ਕਿਹੜੀ ਕਿਹੜੀ ਹੈ, ਠੀਕ ਹੈ। ਨੈਟਵਰਕ ਇੰਟਰਨੈਟ ਦੇ ਵਿੱਚ ਵੀ ਕੋਈ ਟਰਮ ਪੁੱਛ ਲੈਣਗੇ ਇੰਟਰਨੈਟ ਨਾਲ ਰਿਲੇਟਿਡ, ਜਾਂ ਫਿਰ ਵਾਇਰਸ ਦੇ ਨਾਲ ਰਿਲੇਟਿਡ ਕੋਈ ਨਿਊਜ਼ 'ਚ ਹੈ ਵਾਇਰਸ, ਉਹਦੇ ਉੱਪਰ ਵੀ ਕੁਐਸਚਨ ਆ ਸਕਦਾ ਹੈ, ਠੀਕ ਹੈ। ਜਾਂ ਫਿਰ ਕੋਈ ਟਰਮ ਪੁੱਛ ਲੈਣਗੇ ਵੀ ਕਿਹਦੇ ਨਾਲ ਰਿਲੇਟਿਡ ਹੈ। ਓਕੇ, ਉਹ ਤੋਂ ਬਾਅਦ ਪ੍ਰੋਡਕਟਿਵਿਟੀ ਟੂਲ ਜਿਵੇਂ ਵਰਡ, ਸਪਰੈਡਸ਼ੀਟ, ਪਾਵਰ ਪੁਆਇੰਟ, ਇਹਦੇ ਉੱਪਰ ਵੀ ਤੁਸੀਂ ਸਾਰਾ ਕਰਨਾ ਹੈ। ਤੇ ਇਹਦੇ ਵਿੱਚ ਜਿਹੜੇ ਸ਼ਾਰਟਕਟ ਕੀਜ਼ ਹੈ ਉਹਦੇ ਉੱਪਰ ਬਹੁਤ ਕੁਐਸਚਨ ਪੁੱਛਦੇ ਆ, ਠੀਕ ਹੈ। ਬੇਸਿਕਸ ਹੋ ਗਿਆ ਵਰਡ, ਸਪਰੈਡਸ਼ੀਟ, ਪਾਵਰ ਪੁਆਇੰਟ ਦੇ ਉੱਪਰ ਨਾ ਤੁਹਾਨੂੰ ਚੈਨਲ ਉੱਪਰ ਵੀਡੀਓਜ਼ ਮਿਲ ਜਾਣਗੀਆਂ, ਤੁਸੀਂ ਸਰਚ ਕਰਿਓ ਜਿਵੇਂ MS ਪਾਵਰ ਪੁਆਇੰਟ ਮਿਹਨਤੀ ਬੱਚੇ, MS ਵਰਡ ਮਿਹਨਤੀ ਬੱਚੇ, ਤਾਂ ਤੁਹਾਨੂੰ ਵੀਡੀਓਜ਼ ਮਿਲ ਜਾਣਗੀਆਂ, ਬਹੁਤ ਇੰਪੋਰਟੈਂਟ ਵੀਡੀਓਜ਼ ਹੈ। ਅਗਰ ਹੋ ਸਕਿਆ ਤਾਂ ਮੈਂ ਲਿੰਕ ਵੀ ਡਿਸਕ੍ਰਿਪਸ਼ਨ ਬਾਕਸ 'ਚ ਸ਼ੇਅਰ ਕਰੂੰਗੀ, ਉਹ ਤੁਸੀਂ ਜ਼ਰੂਰ ਪੜ੍ਹਿਓ, ਤੁਹਾਨੂੰ ਬਹੁਤ ਬੈਨੀਫਿਟ ਮਿਲੂਗਾ, ਉਸ 'ਚ ਕੁਐਸਚਨਸ ਨੇ। ਓਕੇ, ਸੋ ਇਹਦੇ ਤੁਹਾਨੂੰ 10 ਕੁਐਸਚਨਸ ਆਣੇ, ਇਹ ਸਿਰਫ ਐਕਸਾਈਜ਼ ਤੇ ਕਲਰਕ ਵਾਲਿਆਂ ਲਈ ਹੈ, ਵੀਡੀਓ ਨੇ ਕੰਪਿਊਟਰ ਦਾ ਨਹੀਂ ਪੜ੍ਹਨਾ। ਉਹ ਤੋਂ ਬਾਅਦ ਨੈਕਸਟ ਦੇਖੋ, ਐਕਸਾਈਜ਼ ਤੇ ਕਲਰਕ ਦੀ ਗੱਲ ਕਰੀਏ ਤਾਂ ਉਹਨਾਂ ਨੇ ਪੰਜਾਬ ਹਿਸਟਰੀ ਤੇ ਕਲਚਰ ਦਾ ਵੀ ਪਾਰਟ ਕਰਨਾ ਹੈ, ਠੀਕ ਹੈ। ਸੋ ਇਹਦੇ ਵਿੱਚ ਬੇਸਿਕਲੀ ਤੁਹਾਨੂੰ 20 ਕੁਐਸਚਨਸ ਆਣੇ ਆ। ਦੇਖੋ ਵੀਡੀਓ ਵਾਲਿਆਂ ਨੂੰ ਵੀ ਵੈਸੇ ਉਹਨਾਂ ਨੇ ਉੱਥੇ ਹੀ ਮੈਂਸ਼ਨ ਕੀਤਾ ਹੋਇਆ ਜਿੱਥੇ ਜੀਕੇ ਵਾਲਾ ਆਪਾਂ ਨੇ ਪੋਰਸ਼ਨ ਕੀਤਾ ਸੀ, ਪੰਜਾਬ ਦੀ ਹਿਸਟਰੀ ਤੇ ਕਲਚਰ, ਠੀਕ ਹੈ। ਸੋ ਮੈਂ ਤੁਹਾਨੂੰ ਦੱਸ ਦਿੰਦੀ ਹਾਂ, ਇਹ ਬੇਸਿਕਲੀ ਤੁਹਾਡੇ ਦੋਨਾਂ ਲਈ ਕਾਮਨ ਹੈ ਕਿ ਤੁਸੀਂ ਕੀ ਕੁਝ ਪੜ੍ਹਨਾ ਹੈ ਪੰਜਾਬ ਦੀ ਹਿਸਟਰੀ ਤੇ ਕਲਚਰ ਦੇ ਵਿੱਚ। ਸੋ ਇੱਕ ਵਾਰ ਧਿਆਨ ਨਾਲ ਦੇਖਿਓ। ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਪੰਜਾਬ ਦੇ ਬਾਰੇ ਕਿ ਤੁਸੀਂ ਹਿਸਟਰੀ ਤੇ ਕਲਚਰ 'ਚ ਕੀ ਕੀ ਪੜ੍ਹਨਾ ਹੈ। ਦੇਖੋ ਸਭ ਤੋਂ ਪਹਿਲਾ ਜਿਹੜਾ ਟੌਪਿਕ ਹੈ ਉਹ ਤੁਸੀਂ ਪੜ੍ਹਨਾ ਹੈ ਪੰਜਾਬ ਦੇ ਬੇਸਿਕਸ। ਪੰਜਾਬ ਦੇ ਬੇਸਿਕਸ ਮੀਨਸ ਪੰਜਾਬ ਦਾ ਮੈਪ ਥੋੜਾ ਜਿਹਾ ਦੇਖ ਲਿਓ ਕਿ ਪੰਜਾਬ ਦਾ ਕਿਹੜੀ ਡਿਸਟ੍ਰਿਕਟ ਕਿਹੜੀ ਸਟੇਟ ਨੂੰ ਉਹਦੀ ਬਾਉਂਡਰੀ ਟੱਚ ਕਰਦੀ ਹੈ, ਕਿੰਨੀਆਂ ਸਟੇਟਸ ਹੈ ਜਿਹਦੀ ਬਾਉਂਡਰੀ ਟੱਚ ਕਰਦੀ ਹੈ ਪੰਜਾਬ ਨਾਲ, ਠੀਕ ਹੈ। ਉਸੇ ਕੁਐਸਚਨਸ ਹੋ ਗਏ। ਜਾਂ ਫਿਰ ਲੌਂਗੀਟਿਊਡ ਲੈਟੀਟਿਊਡ ਹੋ ਗਿਆ ਪੰਜਾਬ ਦਾ, ਸਟੇਟ ਐਨੀਮਲ ਦੱਸੋ ਪੰਜਾਬ ਦਾ, ਸਟੇਟ ਬਰਡ ਦੱਸੋ, ਠੀਕ ਹੈ, ਸਟੇਟ ਟਰੀ ਦੱਸੋ। ਸੋ ਐਸੇ ਕੁਐਸਚਨਸ ਤੁਸੀਂ ਪੰਜਾਬ ਦੇ ਉੱਪਰ ਕਰਨੇ ਨੇ, ਬੇਸਿਕ ਜੇ। ਪੰਜਾਬ ਦੇ ਵਿੱਚ ਨੰਬਰ ਆਫ ਡਿਸਟ੍ਰਿਕਟਸ ਕਿੰਨੀਆਂ ਨੇ, ਠੀਕ ਹੈ। ਪੰਜਾਬ ਦੇ ਵਿੱਚ ਨੰਬਰ ਆਫ ਡਿਵੀਜ਼ਨਸ ਕਿਹੜੇ ਨੇ, ਉਹ ਸਾਰਾ ਦੇਖਣਾ ਤੁਸੀਂ। ਓਕੇ, ਪੰਜਾਬ ਦੇ 3 ਪਾਰਟਸ ਹੈ, ਦੁਆਬਾ ਹੋ ਗਿਆ, ਮਾਲਵਾ ਹੋ ਗਿਆ, ਮਾਝਾ ਹੋ ਗਿਆ, ਠੀਕ ਹੈ। ਸੋ ਉਹ ਸਾਰਾ ਤੁਸੀਂ ਦੇਖਣਾ ਹੈ। ਉਹ ਤੋਂ ਬਾਅਦ ਜਿਵੇਂ ਪੰਜਾਬ ਦੇ ਜਿਹੜੇ ਰੀਵਰਸ ਹੈ ਮੇਨ ਉਹ ਤੁਸੀਂ ਉਹਨਾਂ ਬਾਰੇ ਵੀ ਦੇਖਣਾ ਹੈ। ਓਕੇ, ਸੋ ਬੇਸਿਕਸ ਆਫ ਪੰਜਾਬ 'ਚ ਇਹ ਸਭ ਕੁਝ ਕਵਰ ਕਰਨਾ ਹੈ। ਉਹ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ ਤਾਂ ਪੰਜਾਬ ਦੀ ਹਿਸਟਰੀ ਦੇ ਉੱਪਰ ਆਈਏ ਤਾਂ ਗੁਰੂ ਜੀ ਦੇ ਟੌਪਿਕ ਤੋਂ ਲੈ ਕੇ ਮਤਲਬ ਸਾਰੇ ਗੁਰੂ ਦੀ ਸਾਰੀ ਲਾਈਫ ਬਾਰੇ ਪੜ੍ਹਨਾ ਹੈ, ਹਰੇਕ ਗੁਰੂ ਜੀ ਦੀ। ਓਕੇ, ਉਹਨਾਂ ਨੇ ਆਪਣੀ ਲਾਈਫ 'ਚ ਕੀ ਕੀਤਾ, ਠੀਕ ਹੈ, ਉਹਨਾਂ ਦੀ ਕਿਹੜੀ ਚੀਜ਼ ਨੂੰ ਲੈ ਕੇ ਕੰਟਰੀਬਿਊਸ਼ਨ ਰਹੀ, ਬਿਕੋਜ਼ ਬਹੁਤ ਕੁਐਸਚਨਸ ਆਉਂਦੇ ਉਸ 'ਚ ਤੁਸੀਂ ਕੁਝ ਨਹੀਂ ਛੱਡਣਾ ਹੈਗਾ। ਓਕੇ, ਸੋ ਗੁਰੂ ਜੀ ਦੇ ਬਾਰੇ ਪੜ੍ਹਨਾ ਸਾਰਾ। ਫਿਰ ਉਹ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਆ ਗਏ, ਠੀਕ ਹੈ। ਉਹ ਤੋਂ ਬਾਅਦ ਬੰਦਾ ਸਿੰਘ ਬਹਾਦਰ ਜੀ, ਉਹ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਜੀ ਹੋ ਗਏ, ਠੀਕ ਹੈ ਜੀ। ਮਹਾਰਾਜਾ ਰਣਜੀਤ ਸਿੰਘ ਜੀ ਵੀ ਬਹੁਤ ਇੰਪੋਰਟੈਂਟ ਹੈ। ਤੇ ਸਿੱਖ ਮਿਸਲ ਜਿਹੜੀਆਂ ਨੇ ਉਹ ਵੀ ਪੜ੍ਹਨੀਆਂ ਨੇ ਤੁਸੀਂ, ਠੀਕ ਹੈ। ਉਹ ਤੋਂ ਬਾਅਦ ਪੰਜਾਬ ਦੇ ਵਿੱਚ ਜਿਹੜੀ ਐਂਗਲੋ ਸਿੱਖ ਵਾਰ ਹੋਈਆਂ, ਬਹੁਤ ਕੁਐਸਚਨ ਆਉਂਦੇ ਆ।
ਇੱਕ ਤਾਂ ਇਹ ਆ ਗਿਆ ਸੀ ਕਿ ਐਂਗਲੋ ਸਿੱਖ ਵਾਰ ਹੈ ਜਿਹੜੀ ਕਿਹਦੇ ਵਿੱਚ ਲੜੀ ਗਈ ਹੈ। ਐਂਗਲੋ ਮੀਨਸ ਬ੍ਰਿਟਿਸ਼ਰ, ਸਿੱਖ ਮੀਨਸ ਸਿੱਖ, ਸੋ ਬ੍ਰਿਟਿਸ਼ਰਸ ਤੇ ਸਿੱਖਾਂ ਵਿੱਚ ਲੜਾਈ ਹੋਈ ਸੀ। ਓਕੇ, ਉਸ ਤੋਂ ਇਲਾਵਾ ਪੰਜਾਬ ਦੇ ਵਿੱਚ ਜਿਹੜੀਆਂ ਮੂਵਮੈਂਟਸ ਅਲੱਗ-ਅਲੱਗ ਚਲਾਈਆਂ ਗਈਆਂ, ਠੀਕ ਹੈ, ਗੁਰਦੁਆਰਾ ਰਿਫਾਰਮ ਮੂਵਮੈਂਟ ਹੋ ਗਈ, ਅਲੱਗ-ਅਲੱਗ ਮੂਵਮੈਂਟ ਸੀ, ਫਰੀडम ਮੂਵਮੈਂਟਸ ਵੀ ਸੀ, ਦੂਜੀਆਂ ਮੂਵਮੈਂਟਸ ਵੀ ਸੀਗੀਆਂ। ਸੋ ਸਾਰੀਆਂ ਮੂਵਮੈਂਟਸ ਬਾਰੇ ਤੁਸੀਂ ਪੜ੍ਹਨਾ ਹੈ। ਉਹ ਤੋਂ ਬਾਅਦ ਜਿਹੜੇ ਪੰਜਾਬ ਦੇ ਇੰਪੋਰਟੈਂਟ ਲੀਡਰਸ ਨੇ ਉਹਨਾਂ ਬਾਰੇ ਦੇਖ ਲਿਓ। ਪੰਜਾਬ ਨੂੰ ਐਨੈਕਸ ਜਦੋਂ ਕੀਤਾ ਗਿਆ, ਕਿਹੜੀ ਟ੍ਰੀਟੀ ਨਾਲ ਕੀਤਾ ਗਿਆ, ਠੀਕ ਹੈ, ਕਿਹੜਾ ਗਵਰਨਰ ਜਨਰਲ ਰਿਸਪੌਂਸਿਬਲ ਸੀਗਾ, ਲਾਰਡ ਡਲਹੌਜ਼ੀ ਜਿਵੇਂ, ਉਹ ਸਭ ਦੇਖਣਾ ਹੈ। ਉਸ ਤੋਂ ਬਾਅਦ ਜਿਵੇਂ ਹੁਣ ਪ੍ਰੈਜ਼ੈਂਟ ਪੰਜਾਬ ਕਿਵੇਂ ਬਣਿਆ, ਜਿਵੇਂ ਪਹਿਲਾਂ ਅਗਰ ਆਪਾਂ ਗੱਲ ਕਰੀਏ ਤਾਂ ਹਰਿਆਣਾ ਜਿਹੜਾ ਹੈ, ਠੀਕ ਹੈ, ਜਾਂ ਫਿਰ ਹਿਮਾਚਲ ਦਾ ਕੁਝ ਪਾਰਟ ਆ ਉਹ ਪੰਜਾਬ 'ਚ ਨਿਕਲਿਆ ਹੋਇਆ। ਉਸ ਟਾਈਮ ਤੇ ਕਿਹੜੇ ਕਿਹੜੇ ਕਮਿਸ਼ਨਸ ਬਣਾਏ ਗਏ ਸੀ, ਕਿਹੜੀ ਕਿਹੜੀ ਮੂਵਮੈਂਟਸ ਚੱਲੀਆਂ, ਉਹ ਸਾਰਾ ਕੁਝ ਤੁਸੀਂ ਕਵਰ ਕਰਨਾ ਹੈ ਪੰਜਾਬ ਦੀ ਹਿਸਟਰੀ ਦੇ ਵਿੱਚ, ਕੁਝ ਨਹੀਂ ਛੱਡ ਸਕਦੇ। ਉਹ ਤੋਂ ਬਾਅਦ ਨੈਕਸਟ ਪੰਜਾਬ ਦੇ ਕਲਚਰ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਤਾਂ ਦੇਖੋ ਪੰਜਾਬ ਦੇ ਜਿਹੜੇ ਬੇਸਿਕ ਨੋਵਲਸ ਨੇ, ਕਿਹੜੀ ਨੋਵਲ ਕਿਹਨੇ ਲਿਖੀ ਹੋਈ ਹੈ, ਉਹ ਬਹੁਤ ਇੰਪੋਰਟੈਂਟ ਹੈ। ਫੇਮਸ ਨੋਵਲਸ ਕਰਨੀਆਂ ਨੇ, ਉਹਨਾਂ ਵਿੱਚੋਂ ਕਿਹੜੀ ਨੋਵਲ ਲਈ ਕਿਹਨੂੰ ਕਿਹੜਾ ਅਵਾਰਡ ਮਿਲਿਆ ਹੋਇਆ ਉਹ ਦੇਖਣਾ ਹੈ, ਠੀਕ ਹੈ। ਉਹ ਤੋਂ ਬਾਅਦ ਪੰਜਾਬ ਦੇ ਜਿਹੜੇ ਮੇਨ ਮੋਨੂਮੈਂਟਸ ਹੈ, ਬਹੁਤ ਕੁਐਸਚਨ ਆ ਰਹੇ ਆ ਪੇਪਰ 'ਚ, ਪੁੱਛਦੇ ਵੀ ਕਿਹੜਾ ਮੋਨੂਮੈਂਟ ਕਿੱਥੇ ਹੈ, ਉਹ ਕਰਨੇ ਆ। ਪੰਜਾਬ ਦੇ ਫੇਮਸ ਟੈਂਪਲ ਹੋ ਗਏ, ਠੀਕ ਹੈ, ਮਸਜਿਦ ਹੋ ਗਏ, ਗੁਰਦੁਆਰਾ ਹੋ ਗਏ, ਉਹ ਤੁਸੀਂ ਸਾਰੇ ਪੜ੍ਹਨੇ ਨੇ। ਉਸ ਤੋਂ ਇਲਾਵਾ ਪੰਜਾਬ ਦੀ ਜਿਹੜੀ ਡਾਂਸ ਫਾਰਮਸ ਨੇ ਇਹ ਵੀ ਇੰਪੋਰਟੈਂਟ ਨੇ, ਠੀਕ ਹੈ ਜੀ। ਉਹ ਤੋਂ ਬਾਅਦ ਪੰਜਾਬ ਦੇ ਜਿਹੜੇ ਇੰਪੋਰਟੈਂਟ ਫੈਸਟੀਵਲਸ ਹੈ ਜਾਂ ਫਿਰ ਫੇਅਰਸ ਹੈ, ਮਤਲਬ ਕਿਹੜਾ ਮੇਲਾ ਕਿਹੜੇ ਮੰਥ 'ਚ ਲੱਗਦਾ ਹੈ, ਕਿੱਥੇ ਲੱਗਦਾ ਹੈ, ਜਾਂ ਕਾਹਦੇ ਲਈ ਲੱਗਦਾ ਹੈ, ਠੀਕ ਹੈ, ਉਹ ਸਾਰਾ ਤੁਸੀਂ ਕਰਨਾ ਹੈ। ਉਸ ਤੋਂ ਇਲਾਵਾ ਮੇਨ ਔਰਨਾਮੈਂਟਸ ਹੈ ਜਿਹੜੇ ਪੰਜਾਬ ਦੇ, ਠੀਕ ਹੈ, ਮੇਲ ਲਈ ਕਿਹੜਾ, ਫੀਮੇਲ ਲਈ ਕਿਹੜਾ, ਕਿਹੜਾ ਨੋਜ਼ ਤੇ ਪਾਈਦਾ ਹੈ, ਕਿਹੜਾ ਸਿਰ ਤੇ ਲਗਾਈਦਾ ਹੈ, ਠੀਕ ਹੈ, ਉਹ ਸਭ ਪੜ੍ਹਨਾ ਮਤਲਬ ਤੁਸੀਂ। ਡਾਂਸ ਫਾਰਮ 'ਚ ਵੀ ਕਿਹੜੀ ਮੇਲ ਲਈ ਹੈ, ਕਿਹੜੀ ਫੀਮੇਲ ਲਈ ਹੈ, ਕਿਹੜੇ ਦੋਨੋਂ ਪਰਫਾਰਮ ਕਰ ਸਕਦੇ ਆ, ਉਹ ਸਭ ਦੇਖਣਾ ਹੈ। ਉਹ ਤੋਂ ਬਾਅਦ ਹੋਰ ਵੀ ਪੰਜਾਬ ਦੇ ਕਲਚਰ ਨਾਲ ਰਿਲੇਟਿਡ ਜਿਹੜੀਆਂ ਵੀ ਚੀਜ਼ਾਂ ਨੇ, ਜਿਹੜੇ ਛੋਟੇ ਛੋਟੇ ਟੌਪਿਕਸ ਨੇ, ਉਹ ਸਾਰੇ ਤੁਸੀਂ ਦੇਖਣੇ ਨੇ, ਮਤਲਬ ਕੁਝ ਨਹੀਂ ਛੱਡ ਸਕਦੇ, ਸਾਰਾ ਕਰਨਾ ਹੈ। ਓਕੇ, ਚੀਜ਼ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ, ਵੀਡੀਓ ਐਕਸਾਈਜ਼ ਤੇ ਕਲਰਕ ਲਈ ਜਿਹੜੀ ਟੈਸਟ ਸੀਰੀਜ਼ ਆ ਉਹ ਜਲਦੀ ਹੀ ਲਾਂਚ ਹੋਊਗੀ, ਠੀਕ ਹੈ। ਥੋੜਾ ਜਿਹਾ ਵੇਟ ਕਰੋ, ਮੈਂ ਉਹਦੇ ਉੱਪਰ ਵਰਕ ਕਰ ਰਹੀ ਹਾਂ। ਮੈਨੂੰ ਐਵੇਂ ਹੁੰਦਾ ਕਿ ਲੇਟੈਸਟ ਜੋ ਟ੍ਰੈਂਡ ਚੱਲ ਰਿਹਾ ਉਹਦੇ ਅਕੋਰਡਿੰਗ ਟੈਸਟ ਸੀਰੀਜ਼ ਲਾਂਚ ਕੀਤੀ ਜਾਵੇ। ਸੋ ਤੁਹਾਨੂੰ ਕੋਰਸ ਬਾਰੇ, ਟੈਸਟ ਸੀਰੀਜ਼ ਬਾਰੇ ਸਾਰੀ ਡਿਟੇਲਸ ਹੈ ਜਿਹੜੀਆਂ ਉਹ 8054070091 ਦੇ ਉੱਪਰ WhatsApp ਕਰਕੇ ਮਿਲ ਜਾਣਗੀਆਂ। ਸੋ ਤੁਸੀਂ ਇਹਦੇ ਲਈ WhatsApp ਕਰ ਸਕਦੇ ਹੋ। ਓਕੇ, ਸੋ ਨੈਗੇਟਿਵ ਹੋਏ ਬਿਨਾ ਫੁੱਲ ਪ੍ਰੈਪਰੇਸ਼ਨ ਕਰੋ ਆਪਣੀ, ਹਜੇ ਤੁਹਾਡੇ ਕੋਲ ਇਨਫ ਟਾਈਮ ਹੈਗਾ। ਓਕੇ, ਜੋ ਤੁਹਾਨੂੰ ਦੱਸਿਆ, ਜਿਵੇਂ ਦੱਸਿਆ ਉਹ ਸਾਰਾ ਪੜ੍ਹਨਾ ਹੈ ਤੁਸੀਂ। ਓਕੇ, ਕੁਝ ਵੀ ਨਾ ਛੱਡਿਓ, ਅੱਛੇ ਤਰੀਕੇ ਨਾਲ ਸਾਰਾ ਕਰਿਓ ਤੇ ਤੁਹਾਡਾ ਸਿਲੇਬਸ ਪੂਰਾ ਕੰਪਲੀਟ ਹੋ ਜਾਊਗਾ ਤੇ ਤੁਸੀਂ ਐਗਜ਼ਾਮ ਦੇ ਵਿੱਚ ਅੱਛੇ ਤਰੀਕੇ ਨਾਲ ਪਰਫਾਰਮ ਕਰ ਪਾਓਗੇ। ਸੋ ਥੈਂਕ ਯੂ ਸੋ ਮਚ, ਆਲ ਦੀ ਬੈਸਟ, ਮਿਲਦੇ ਹਾਂ ਜਲਦੀ।